ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਨਮਾਨਯੋਗ ਉਪਸਥਿਤ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਪੇਸ਼ ਕਰਾਂ। ਪੇਸ਼ਤਰ ਗੁਰਮਤਿ ਮਰਿਆਦਾ ਅਨੁਸਾਰ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਾਪ ਸਾਹਿਬ ਦੇ 'ਚ ਆਏ ਇੱਕ ਛੰਦ ਤੋਂ ਗੁਰਬਾਣੀ ਵਿਚਾਰ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਸਾਹਮਣੇ ਰੱਖਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕਰ ਰਹੇ ਹਾਂ। ਛੰਦ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਨਿਧਾਨ ਹੈ, ਤੂੰ ਗੁਣਾਂ ਦਾ ਖਜ਼ਾਨਾ ਹੈ, ਤੂੰ ਸ਼ਕਤੀ ਦਾ ਨਿਧਾਨ ਹੈ, ਤੂੰ ਸੁਹੱਪਣ ਦਾ ਖਜ਼ਾਨਾ ਹੈ। ਲੇਕਿਨ ਅਮਾਨ ਹੈ, ਤੈਨੂੰ ਮਾਣ ਨਹੀਂ ਹੈ, ਨਾ ਆਪਣੀ ਸ਼ਕਤੀ ਦਾ, ਨਾ ਆਪਣੇ ਸੁਹੱਪਣ ਦਾ, ਨਾ ਆਪਣੇ ਗੁਣਾਂ ਦਾ। ਤੈਨੂੰ ਕਿਸੇ ਵੀ ਗੁਣ ਦਾ ਮਾਣ ਨਹੀਂ, ਤੈਨੂੰ ਆਪਣੀ ਸਮਰੱਥਾ ਤੇ ਸ਼ਕਤੀ ਦਾ ਕੋਈ ਮਾਣ ਨਹੀਂ, ਤੈਨੂੰ ਆਪਣੇ ਸੁਹੱਪਣ ਦਾ, ਸੁੰਦਰਤਾ ਦਾ ਕੋਈ ਮਾਣ ਨਹੀਂ। ਪ੍ਰਾਚੀਨ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਪਰਮਾਤਮਾ ਦੇ ਇਹ ਤਿੰਨ ਗੁਣ ਮੰਨੇ ਨੇ, ਸਤਿਅਮ, ਸ਼ਿਵਮ, ਸੁੰਦਰਮ। ਉਹ ਸਤ ਹੈ, ਸ਼ਿਵਮ ਉਹ ਪ੍ਰਕਾਸ਼ਮਾਨ ਹੈ, ਔਰ ਉਹ ਅਤੀ ਸੁੰਦਰ ਹੈ। ਉਸ ਨੂੰ ਵੈਦਿਕ ਰਿਸ਼ੀਆਂ ਨੇ ਬਿਆਨ ਕੀਤਾ, ਸਤ ਚਿਤ ਆਨੰਦ। ਉਹ ਸਤ ਹੈ, ਚਿਤ ਉਹ ਚੇਤਨ ਹੈ, ਉਹ ਆਨੰਦ ਸਰੂਪ ਹੈ। ਉਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ ਹੈ, ਸਤ ਸੁਹਾਣ ਸਦਾ ਮਨ ਚਾਓ। ਤੂੰ ਸਤ ਹੈ, ਸੁਹਾਣ ਤੂੰ ਅਤੀ ਸੁੰਦਰ ਹੈ, ਸਦਾ ਮਨ ਚਾਓ ਤੂੰ ਆਨੰਦ ਸਰੂਪ ਹੈ, ਖਿੜਿਆ ਹੋਇਆ ਹੈ। ਤੇਰੇ ਵਿੱਚ ਖੇੜਾ ਹੀ ਖੇੜਾ ਹੈ, ਤੇਰੇ ਵਿੱਚ ਹੁਲਾਸ ਹੀ ਹੁਲਾਸ ਹੈ, ਤੇਰੇ ਵਿੱਚ ਚਾਓ ਹੀ ਚਾਓ ਹੈ, ਤੂੰ ਕਦੀ ਮੁਰਝਾਂਦਾ ਨਹੀਂ। ਐਸਾ ਜੋ ਸ਼ਕਤੀ ਦਾ ਸੋਮਾ ਹੈ, ਐਸਾ ਜੋ ਸੁਹੱਪਣ ਦਾ ਖਜ਼ਾਨਾ ਹੈ, ਐਸਾ ਜੋ ਗੁਣਾਂ ਦਾ ਮਰਕਜ਼ ਹੈ, ਕੇਂਦਰ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਅਮਾਨ ਹੈ, ਤੈਨੂੰ ਕੋਈ ਮਾਣ ਨਹੀਂ ਹੈ ਕਿਸੇ ਵੀ ਗੁਣ ਦਾ, ਆਪਣੀ ਸ਼ਕਤੀ ਦਾ, ਆਪਣੇ ਸੁਹੱਪਣ ਦਾ। ਅਮਾਨ ਹੈ, ਨਿਧਾਨ ਹੈ। ਅਗਲੀ ਗੱਲ, ਅਨੇਕ ਹੈ, ਫਿਰ ਏਕ ਹੈ। ਤੂੰ ਇੱਕ ਹੁੰਦਾ ਹੋਇਆ ਅਨੇਕ ਹੈ, ਔਰ ਤੂੰ ਅਨੇਕ ਹੁੰਦਾ ਹੋਇਆ ਇੱਕ ਹੈ। ਇਹ ਤੇ ਪਹਿਲੀ ਜਾਪੇਗੀ। ਜੋ ਇੱਕ ਹੈ ਉਹ ਇੱਕ ਹੀ ਹੋ ਸਕਦਾ ਹੈ, ਅਨੇਕ ਕਿਸ ਤਰ੍ਹਾਂ ਹੋਵੇਗਾ? ਔਰ ਜੋ ਅਨੇਕ ਹੈ ਉਹ ਅਨੇਕ ਹੋ ਸਕਦਾ ਹੈ, ਇੱਕ ਕਿਸ ਤਰ੍ਹਾਂ ਹੋਵੇਗਾ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਅਨੇਕ ਹੈ ਫਿਰ ਏਕ ਹੈ। ਤੂੰ ਅਨੇਕ ਹੁੰਦਾ ਹੋਇਆ ਇੱਕ ਹੈ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਕ ਤੋਂ ਆਰੰਭ ਹੁੰਦੀ ਹੈ। ਗੁਰੂ ਨਾਨਕ ਦੇ ਕੰਠ ਤੋਂ ਜੋ ਪਹਿਲਾ ਉਦਘੋਸ਼ ਹੋਇਆ, ਗੁਰੂ ਨਾਨਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਨਾਦ ਪ੍ਰਗਟ ਹੋਇਆ, ਇੱਕ ਗਣਤ ਦੇ ਤੇ ਇੱਕ ਹਿੰਸਾ ਹੈ, ਇੱਕ ਨਹੀਂ। ਗੁਰੂ ਨਾਨਕ ਦੇ ਕੰਠ ਤੋਂ
ਇਹ ਬ੍ਰਹਮਵਾਕ ਹੋ ਕੇ ਪ੍ਰਗਟ ਹੋਇਆ ਹੈ। ਗੁਰੂ ਨਾਨਕ ਦੇ ਕੰਠ ਤੋਂ ਇਹ ਪਹਿਲਾ ਉਦਘੋਸ਼ ਹੈ ਪ੍ਰਮਾਤਮਾ ਦੇ ਸੰਬੰਧ ਵਿੱਚ। ਇੱਕ, ਉਸ ਇੱਕ ਦਾ ਸਰੂਪ ਕੀ ਹੈ, ਉਸ ਇੱਕ ਦਾ ਸੁਭਾਅ ਕੀ ਹੈ, ਉਸ ਦੀ ਹਸਤੀ ਕੀ ਹੈ, ਉਸ ਦੀ ਸਮਰੱਥਾ ਕੀ ਹੈ, ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਫਿਰ ਉਸ ਇੱਕ ਦੀ ਵਿਆਖਿਆ। ਔਰ ਫਿਰ ਫੈਸਲਾ ਗੁਰਬਾਣੀ ਦਾ ਪਤਾ ਹੈ ਕਿ ਏਕ ਵਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਅਗਰ ਉਸ ਇੱਕ ਨੂੰ ਸਮਝ ਜਾਏ ਤੇ ਤੂੰ ਪਵਿੱਤਰ ਹੈ, ਅਗਰ ਤੂੰ ਉਸ ਇੱਕ ਨਾਲ ਜੁੜ ਜਾਏ ਤੇ ਪਵਿੱਤਰ ਹੈ, ਨਹੀਂ ਤੇ ਸਦਾ ਹੀ ਨਾਪਾਕ, ਗੰਦਗੀ ਦੀ ਢੇਰ, ਗਲਾਜ਼ਤ ਨਾਲ ਭਰਿਆ ਹੋਇਆ ਮੈਲਾ। ਮਹਾਰਾਜ ਸ਼ੁੱਧਤਾ ਮੰਨਦੇ ਹੀ ਨਹੀਂ। ਇੱਕ ਨੂੰ ਸਮਝੇ ਬਿਨਾ ਕੋਈ ਸ਼ੁੱਧ ਨਹੀਂ, ਇੱਕ ਨਾਲ ਜੁੜੇ ਬਿਨਾ ਕੋਈ ਪਵਿੱਤਰ ਨਹੀਂ। ਕੋਈ ਬਹੁਤ ਵੱਡਾ ਦਾਨੀ ਹੈ, ਇੱਕ ਦੀ ਸਮਝ ਨਹੀਂ, ਇੱਕ ਨਾਲ ਜੁੜਿਆ ਨਹੀਂ, ਇਹ ਖੁਦ ਵੀ ਅਪਵਿੱਤਰ, ਇਹਦੇ ਦਾਨ ਦੇ 'ਚ ਵੀ ਅਪਵਿੱਤਰਤਾ ਹੋਵੇਗੀ, ਇਹਦੇ ਦਾਨ ਦੇ 'ਚ ਵੀ ਹੰਕਾਰ ਦੀ ਬੂ ਹੋਵੇਗੀ। ਕੋਈ ਬਹੁਤ ਵੱਡੀ ਸੇਵਾ ਕਰ ਰਿਹਾ ਹੈ, ਇੱਕ ਦੀ ਸਮਝ ਨਹੀਂ, ਇੱਕ ਨਾਲ ਜੁੜਿਆ ਨਹੀਂ, ਇਸ ਸੇਵਾ ਦੇ 'ਚ ਵੀ ਹੰਕਾਰ ਨੇ ਜਨਮ ਲੈਣਾ ਹੈ, ਨਿਰੰਕਾਰ ਨੇ ਨਹੀਂ। ਕੋਈ ਜਪ ਕਰ ਰਿਹਾ ਹੈ, ਗੁਰਦੁਆਰੇ ਆ ਰਿਹਾ ਹੈ, ਹੋਰ ਤਰ੍ਹਾਂ ਤਰ੍ਹਾਂ ਦੀ ਸੇਵਾ ਦੇ 'ਚ ਜੁਟਿਆ ਹੋਇਆ ਹੈ, ਨਾ ਇੱਕ ਦੀ ਸਮਝ, ਨਾ ਇੱਕ ਨਾਲ ਜੁੜਿਆ ਹੈ। ਤਾਂ ਮੈਂ ਅਰਜ਼ ਕਰਾਂ, ਇਹਨਾਂ ਸਾਰੇ ਧਾਰਮਿਕ ਕਰਮਾਂ ਦੇ 'ਚੋਂ ਹੰਕਾਰ ਹੀ ਪ੍ਰਗਟ ਹੋਵੇਗਾ, ਨਿਰੰਕਾਰ ਨਹੀਂ। ਔਰ ਜਿਸ ਜਿਸ ਕਰਮ ਤੋਂ ਹੰਕਾਰ ਪ੍ਰਗਟ ਹੋਵੇ, ਉਸ ਕਰਮ ਨੂੰ ਨਿਰਮਲ ਨਹੀਂ ਆਖਿਆ ਜਾ ਸਕਦਾ, ਤੇ ਮਲੀਨ ਹੈ, ਉਹ ਤੇ ਮੈਲ ਹੈ। ਜੋ ਖੁਦ ਮੈਲਾ ਹੈ ਉਹਦਾ ਦਾਨ ਵੀ ਮੈਲਾ, ਜੋ ਖੁਦ ਮੈਲਾ ਹੈ ਉਹਦੀ ਸੇਵਾ ਵੀ ਮੈਲੀ। ਔਰ ਜੋ ਖੁਦ ਮੈਲਾ ਹੈ, ਯਕੀਨ ਜਾਣੋ, ਉਸ ਦਾ ਗੁਰਦੁਆਰੇ ਬੈਠਣਾ ਵੀ ਮੈਲਾ ਹੈ। ਕਿਉਂਕਿ ਜਿਤਨੇ ਚਿਰ ਤੱਕ ਖੁਦ ਸ਼ੁੱਧ ਨਹੀਂ ਹੋਵੇਗਾ, ਇਸ ਦਾ ਕੋਈ ਕਰਮ ਸ਼ੁੱਧ ਨਹੀਂ ਹੈ। ਤਾਂ ਸਵਾਲ ਇਹ ਪੈਦਾ ਹੁੰਦਾ, ਕਿਵੇਂ ਸ਼ੁੱਧ ਹੋਵੇਗਾ, ਇਹ ਕਿਵੇਂ ਪਾਕ ਹੋਵੇਗਾ, ਇਹ ਕਿਸ ਤਰ੍ਹਾਂ ਪਵਿੱਤਰ ਹੋਵੇਗਾ। ਤਾਂ ਫੈਸਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ, ਏਕ ਵਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇਕਾਗਰਤਾ ਬਖਸ਼ਣੀ, ਇੱਕ ਨੂੰ ਸਮਝੇ, ਇੱਕ ਨਾਲ ਜੁੜੇ, ਇੱਕ ਨੂੰ ਜਾਣੇ, ਤੇ ਤੂੰ ਪਾਕ ਹੈ, ਪਵਿੱਤਰ ਹੈ, ਸ਼ੁੱਧ ਹੈ। ਜੇ ਇੱਕ ਨੂੰ ਤੂੰ ਸਮਝਿਆ ਨਹੀਂ, ਇੱਕ ਨੂੰ ਤੂੰ ਜਾਣਿਆ ਨਹੀਂ, ਇੱਕ ਨਾਲ ਤੂੰ ਜੁੜਿਆ ਨਹੀਂ, ਤੋ ਬਿਨ ਬੂਝੇ ਤੂੰ ਸਦਾ ਨਾ ਪਾਕ। ਮੈਂ ਫਿਰ ਅਰਜ਼ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਹਿਲਾ ਬੋਲ, ਪਹਿਲਾ ਅਕਸ਼ਰ, ਪਹਿਲਾ ਸ਼ਬਦ ਇੱਕ। ਦੁਨੀਆ ਦੇ ਵਾਹਿਦ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਦੇ ਬੋਲ ਆਰੰਭ ਆਉਂਦੇ ਨੇ ਇੱਕ ਤੋਂ, ਬਾਣੀ ਆਰੰਭ ਆਉਂਦੀ ਹੈ ਇੱਕ ਤੋਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਤੂੰ ਅਨੇਕ ਹੁੰਦਾ ਹੋਇਆ ਇੱਕ ਹੈ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ। ਤਵੱਜਾ, ਧਿਆਨ ਬਖਸ਼ਣਾ। ਇਹ ਤੇ ਪਹੇਲੀ ਹੋ ਗਈ। ਉਹ ਅਨੇਕ ਵੀ ਹੈ, ਉਹ ਇੱਕ ਵੀ ਹੈ, ਉਹ ਇੱਕ ਵੀ ਹੈ, ਉਹ ਅਨੇਕ ਵੀ ਹੈ। ਦਰਅਸਲ ਸੰਸਾਰ ਦੇ ਤਲ ਤੇ ਉਹ ਅਨੇਕ ਹੈ, ਔਰ ਖੁਦ ਉਹ ਆਪਣੇ ਆਪ ਦੇ ਵਿੱਚ ਨਿਰੰਕਾਰ ਦੇ ਤਲ ਤੇ ਇੱਕ ਹੈ। ਆਕਾਰ ਦੇ ਤਲ ਤੇ ਅਨੇਕ ਹੈ, ਨਿਰਾਕਾਰ ਦੇ ਤਲ ਤੇ ਇੱਕ ਹੈ। ਉਹ ਸਰਗੁਣ ਦੇ ਤਲ ਤੇ ਅਨੇਕ ਹੈ, ਉਹ ਨਿਰਗੁਣ ਦੇ ਤਲ ਤੇ ਇੱਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ, ਇਹ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹਨੂੰ ਪੜ੍ਹਨ ਵਾਲੇ, ਸੁਣਨ ਵਾਲੇ, ਗਾਣ ਵਾਲੇ ਬਹੁਤ ਹੋਣਗੇ, ਪਰ ਸਤਿਗੁਰੂ ਦਾ ਫੈਸਲਾ, ਇਹ ਬਾਣੀ ਬਿਰਲੋ ਵਿਚਾਰ ਸੀ। ਇਹ ਕੋਈ ਵਿਰਲਾ ਵਿਚਾਰੇਗਾ, ਔਰ ਵਿਰਲਾ ਹੀ ਆਪਣੇ ਸੋਚ ਮੰਡਲ ਦੇ ਚ ਲਿਆਵੇਗਾ। ਜਦ ਅਸੀਂ ਕਹਿੰਦੇ ਹਾਂ ਫਲਾਣਾ ਮਨੁੱਖ ਬਦਲ ਗਿਆ, ਤਾਂ ਕੀ ਬਦਲ ਗਿਆ? ਹੱਥ ਬਦਲ ਗਏ, ਪੈਰ ਬਦਲ ਗਏ,
मूँह मत्था बदल गया, कुछ भी नहीं बदलिया, विचार बदल गए, सोचनी बदल गई है, चितवनी बदल गई है। विचार दे बदलदियां मनुख दा संसार बदल जाता है, सोचनी दे बदलदियां मनुख दा आचरण बदल जाता है, चिंतन दे बदलदियां मनुख दा सब कुछ बदल जाता है, सारे दा सारा व्यवहार बदल जाता है विचार दे बदलदियां। और किधरे बहुगिणती दे मनुखां दे विचार बदल जान, इसे नूं कहंदे ने युग बदल गया, समा बदल गया, युग बदल गया। युग की तब्दीली मनुख दे विचारां दी तब्दीली है, और मनुख दे विचारां दी तब्दीली युग की तब्दीली है। बहुगिणती दे मनुखी विचार बदल जान तो सारे दा सारा आचार बदल जाता है, युग बदल जाता है। और जे व्यक्तिगत रूप दे किसी एक मनुख दे विचार बदल गए ने तो उसकी दुनिया बदल गई, उसका व्यवहार बदल गया, उसका आचार बदल गया, उसकी तर्जे जिंदगी बदल गई। सब कुछ ते विचार है। इस रूहे जमीन दे इक्को एक कौम है सिख, जो विचार नूं मत्था टेकदी है, विचार दे खजाने, विचार दे मरकज, विचार दे केंद्र धन गुरु ग्रंथ साहब जी महाराज नूं मत्था टेकदी है। इस वास्ते सिख अविचारी नहीं चाहिए, सिख अज्ञानी नहीं चाहिए, इहदा ते गुरु ही ज्ञान है। ज्ञान गुरु आत्म उपदेशो, नाम बेभूत लगाओ। जिसदा गुरु ज्ञान होवे तो वह आप अज्ञानी होवे। जो विचार दे खजाने दे अगों मत्था टेकदा होवे ते खुद कोई विचार ना होवन तो शायद ये मत्था टेकना भी पखंड हो जाएगा। वाकई कईयां दा मत्था टेकना भी पखंड है। शीस निवाइए क्या थिए, जां हृदय को सुधे जाए। ये तेरा मत्था टेकना की मैंने रखदा है, जिस दे अगों तू झुक रहे हैं, न तेनू समझ, न तेनू बोध, न तेरी श्रद्धा, न तेरा भरोसा। ये शीस निवाइए क्या थिए, जां हृदय को सुधे जाए। हो सकता है कि तेरे इस दान दे च भी पखंड होवे, तेरे इस मत्था टेकण दे च भी दुबाजरा काम होवे। दरअसल विचार बदले बिना मनुख की तर्जे जिंदगी नहीं बदलती। इत्थे सब तो वड्डी भेटा किहड़ी रखनी है गुरु दे अगों? धन अर्पण करना, अन्न अर्पण करना, वस्त्र अर्पण करने, सोना चांदी अर्पण करना, ये पूरने पाने ने। जैसे पहले पहले मासूम बच्चे नूं लिखना सिखाया जाता है तो उस्ताद पहले पूरने पांदा है। ये पूरने ने धन अर्पण करना, अन्न अर्पण करना, वस्त्र अर्पण करने, सोना अर्पण करना, चांदी अर्पण करना, ये सब कुछ इस वास्ते है ताकि एक दिन मनुख नूं अपने विचार अर्पण करने की जाच आ जाए, अपना मन अर्पण करने की जाच आ जाए। मनुख का मन की है? विचारां की मूर्ति होर की है? ये भेंट करने की जाच आ जाए। और जिस दिन ये अपने विचार भेंट करता है, गुरु अपने विचार इसनूं दे देंदा है। मनुख दे विचारां दे च लोभ है, गुरु दे विचारां दे संतोख है। मनुख दे विचारां दे च काम है, गुरु दे विचारां दे च राम है। मनुख दे विचारां दे च हंकार है, गुरु दे विचारां दे च निरंकार है। मनुख दे विचारां दे च क्रोध है, गुरु दे विचारां दे च दया है। मनुख दे विचार दे च मोह है, गुरु दे विचार दे च प्रेम है। ये क्रोध भेंट करे ते दया मिले, ये काम भेंट करे ते राम मिले, ये हंकार भेंट करे ते निरंकार मिले, निर्माणता मिले, विनम्रता मिले। तो मैं अर्ज करा, अपने मन नूं भेंट करना की है? अपने विचारां नूं भेंट करना। तो हुण मैं अर्ज करा, मनुख दे विचारां दे च है की? कदी बगौर मुताला कर लेना। जैसे किसी मनुख ते प्रश्न करिए तन की है, तो चार शब्दों च व्याख्या की जा सकती है। तन हड्डियां है, हड्डियां दे उत्ते चढ़िया होया मांस है, मांस दे उत्ते चढ़ी हुई मिंज है, और मिंज दे उत्ते चली रही हुई एक खलड़ी है। ये स्किन खलड़ी, इस खलड़ी दे थल्ले मिंज है, मिंज दे थल्ले मांस है, मांस दे थल्ले हड्डियां है। आखिर इन्हां चारां दा मजमूआ ही तन है और है की? भगत कबीर कहते हैं, बिस्टा अस्त रकट परेटे चाम,
ਉਹ ਇਸ ਉਪਰਲੇ ਰਾਖਿਓ ਗੁਮਾਨ ਹੈ ਕਿ ਤੈਨੂੰ ਹੱਡੀਆਂ ਦਾ ਮਾਣ ਹੈ, ਤੈਨੂੰ ਮਾਸ ਦਾ ਮਾਣ ਹੈ, ਤੂੰ ਮਿੰਜ ਤੇ ਹੰਕਾਰ ਕਰ ਰਿਹਾ ਹੈ, ਤੂੰ ਇਸ ਖਲੜੀ ਤੇ ਆਪਣੀ ਹਉਮੈ ਪ੍ਰਗਟਾ ਰਿਹਾ ਹੈ। ਕਦੀ ਬਗੌਰ ਮੁਤਾਲਾ ਕਰਨਾ ਤਨ ਦਾ ਹੰਕਾਰ ਕੀ ਹੈ, ਖਲੜੀ ਦਾ ਹੰਕਾਰ। ਤੇ ਜੈਸੇ ਅਸੀਂ ਵੱਖ-ਵੱਖ ਰੰਗ ਦੇ ਕੱਪੜੇ ਪਾਏ ਨੇ, ਪ੍ਰਮਾਤਮਾ ਨੇ ਇੱਕ ਰੰਗ ਦੀ ਖਲੜੀ ਕਿਸੇ ਨੂੰ ਨਹੀਂ ਦਿੱਤੀ, ਔਰ ਖਲੜੀ ਹੀ ਕੱਪੜਾ ਹੈ। ਕਰਮੀ ਆਵੇ ਕੱਪੜਾ ਨਦਰੀ ਮੌਖ ਦੁਆਰ, ਕੀਤੇ ਹੋਏ ਕਰਮਾਂ ਦੇ ਮੁਤਾਬਿਕ ਇਹ ਸਰੀਰ ਰੂਪੀ ਚੋਲਾ ਸਾਨੂੰ ਮਿਲਦਾ ਹੈ। ਪਰ ਇਸ ਚੋਲੇ ਦਾ ਰੰਗ, ਇਸ ਕੱਪੜੇ ਦਾ ਰੰਗ ਵੀ ਰੱਬ ਨੇ ਵੱਖ-ਵੱਖ ਦੇ ਦਿੱਤਾ। ਕਿਸੇ ਨੂੰ ਗੋਰਾ, ਕਿਸੇ ਨੂੰ ਕਾਲਾ, ਕਿਸੇ ਨੂੰ ਸਾਂਵਰਾ, ਕਿਸੇ ਨੂੰ ਲਾਲ, ਕਿਸੇ ਨੂੰ ਜ਼ਰਦੀ ਮਾਇਲ, ਕਿਸੇ ਨੂੰ ਗੇਹੂਆ ਰੰਗ। ਇੱਕ ਰੰਗ ਨਹੀਂ ਹੈ। ਤੁਧ ਵੇਖੀ ਜਗਤ ਉਪਾਇਆ। ਪਰਮਾਤਮਾ ਦੀ ਪਸੰਦ ਵੀ ਇਹੀ ਹੈ, ਇੱਕ ਰੰਗ ਨਹੀਂ। ਅਨੇਕ ਰੰਗ ਤੇਰੇ ਨਾਰਾਇਣਾ, ਅਨੇਕਾਂ ਰੰਗ, ਬੇਸ਼ਤਰ ਰੰਗ। ਔਰ ਸਾਰੇ ਰੰਗ ਚੂੰਕਿ ਉੱਥੋਂ ਆਏ ਨੇ, ਇਸ ਵਾਸਤੇ ਸਾਰੇ ਰੰਗਾਂ ਦੇ 'ਚ ਨਾਰਾਇਣ ਹੈ। ਰੰਗ ਸਭੇ ਨਾਰਾਇਣੇ ਜੇਤੇ ਮਨ ਭਾਵਨ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਤਨ ਕੀ ਹੈ? ਤਨ ਹੱਡੀਆਂ ਹੈ। ਹੱਡੀਆਂ ਦੇ ਉੱਤੇ ਚੜ੍ਹਿਆ ਹੋਇਆ ਮਾਸ, ਔਰ ਮਾਸ ਦੇ ਉੱਤੇ ਲਿਪਟੀ ਹੋਈ ਮਿੰਜ, ਔਰ ਮਿੰਜ ਦੇ ਉੱਤੇ ਚੜੀ ਹੋਈ ਹੈ ਖਲੜੀ। ਤੇ ਜੇ ਹੁਣ ਕੋਈ ਪ੍ਰਸ਼ਨ ਕਰੇ ਮਨ ਕੀ ਹੈ, ਤਵੱਜਾ, ਮਨ ਕੀ ਹੈ? ਵਾਸਤਵਿਕ ਮਨ ਕੀ ਹੈ? ਮਨ ਵਿਚਾਰ ਹੈ, ਮਨ ਸੋਚਣੀ ਹੈ, ਮਨ ਚਿਤਵਨੀ ਹੈ, ਮਨ ਆਹੰਗ ਹੈ। ਇਹ ਚਾਰ ਸ਼ਕਤੀਆਂ ਦਾ ਮਜਮੂਆ ਹੈ। ਜੈਸੇ ਤਨ ਚਾਰਾਂ ਦਾ ਜੋੜ ਹੈ, ਹੱਡੀਆਂ, ਮਾਸ, ਮਿੰਜ, ਖਲੜੀ, ਇਸ ਤਰ੍ਹਾਂ ਮਨ ਵੀ ਚਾਰਾਂ ਦਾ ਮਜਮੂਆ ਹੈ। ਵਿਚਾਰ, ਸੋਚਣੀ, ਚਿਤਵਨੀ ਤੇ ਆਹੰਗ। ਇਸ ਨੂੰ ਕਹਿੰਦੇ ਨੇ ਮਨ, ਬੁੱਧ, ਚਿੱਤ, ਆਹੰਗ। ਮਨ, ਬੁੱਧ, ਚਿੱਤ, ਆਹੰਗ। ਇਸ ਨੂੰ ਸ਼ਾਸਤਰਕਾਰ ਚਤੁਸ਼ਟਾ ਅੰਤःਕਰਨ ਵੀ ਕਹਿੰਦੇ ਨੇ। ਚਤੁਸ਼ਟਾ ਅੰਤःਕਰਨ, ਚਾਰਾਂ ਦਾ ਮਜਮੂਆ, ਚਾਰਾਂ ਦਾ ਜੋੜ। ਜਦ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ, ਮਨ, ਜਦ ਮਨੁੱਖ ਸੋਚਦਾ ਹੈ ਕਿ ਕਿਸ ਵਿਚਾਰ ਨੂੰ ਮੈਂ ਆਪਣੀ ਜ਼ਿੰਦਗੀ ਦਾ ਅੰਗ ਬਣਾਉਣਾ ਹੈ ਤੇ ਕਿਸ ਵਿਚਾਰ ਨੂੰ ਤਲਾਂਜਲੀ ਦੇਣੀ ਹੈ, ਇਸ ਤਰ੍ਹਾਂ ਜਦ ਸੋਚਦਾ ਹੈ ਤਾਂ ਮਨ ਹੀ ਬੁੱਧ ਬਣ ਗਿਆ। ਬੁੱਧ। ਤੇ ਜਦ ਮਨੁੱਖ ਕਿਸੇ ਨੂੰ ਯਾਦ ਕਰਦਾ ਹੈ ਜਾਂ ਯਾਦ ਦੇ 'ਚ ਬੈਠਾ ਹੈ, ਚਿੰਤਨ ਦੇ 'ਚ ਬੈਠਾ ਹੈ, ਉਹੀ ਮਨ ਬਣ ਗਿਆ ਚਿੱਤ। ਮਨ, ਬੁੱਧ, ਚਿੱਤ। ਇੱਕ ਚੌਥੀ ਸ਼ਕਤੀ ਹੈ ਆਹੰਗ। ਇਹ ਮੇਰੇ ਵਿਚਾਰ ਨੇ, ਇਹ ਮੈਂ ਸੋਚ ਰਿਹਾ, ਇਹ ਮੈਂ ਯਾਦ ਕਰ ਰਿਹਾ। ਇਹ ਆਹੰਗ ਭਾਵ ਹਰ ਵਕਤ ਛਾਇਆ ਰਹਿੰਦਾ ਹੈ। ਇਹ ਚਾਰਾਂ ਦਾ ਮਜਮੂਆ ਹੈ ਸਾਡਾ ਮਨ। ਮਨ, ਬੁੱਧ, ਚਿੱਤ, ਆਹੰਗ। ਇਹ ਮਨ ਹੈ। ਮਨ ਦਾ ਬਦਲਣਾ ਕੀ ਹੈ? ਵਿਚਾਰਾਂ ਦਾ ਬਦਲ ਜਾਣਾ, ਸੋਚਣੀ ਦਾ ਬਦਲ ਜਾਣਾ, ਯਾਦ ਦਾ ਬਦਲ ਜਾਣਾ, ਹੰਕਾਰ ਦਾ ਬਦਲ ਜਾਣਾ। ਤੁਸੀਂ ਆਖੋਗੇ ਹੰਕਾਰ ਬਦਲ ਜਾਂਦਾ ਹੈ? ਹਾਂ, ਇੱਕ ਨਿਰਮਲ ਹੰਕਾਰ ਵੀ ਆਉਂਦਾ ਹੈ। ਪਹਿਲੇ ਮਨੁੱਖ ਤਨ ਦਾ ਮਾਣ ਕਰਦਾ ਹੈ, ਧਨ ਦਾ ਮਾਣ ਕਰਦਾ ਹੈ, ਜੋਬਨ ਦਾ ਮਾਣ ਕਰਦਾ ਹੈ, ਪ੍ਰਭਤਾ ਦਾ ਮਾਣ ਕਰਦਾ ਹੈ, ਪਰਿਵਾਰ ਤੇ ਮਾਣ ਕਰਦਾ ਹੈ, ਜ਼ਾਤ ਤੇ ਮਾਣ ਕਰਦਾ ਹੈ, ਕੁਲ ਤੇ ਮਾਣ ਕਰਦਾ ਹੈ। ਲੇਕਿਨ ਜਦ ਹੰਕਾਰ ਬਦਲ ਜਾਂਦਾ ਹੈ ਤਾਂ ਇਹ ਰੱਬ ਤੇ ਮਾਣ ਕਰਦਾ ਹੈ, ਬਾਕੀ ਕਿਸੇ ਤੇ ਮਾਣ ਨਹੀਂ ਕਰਦਾ, ਗੁਰੂ ਤੇ ਮਾਣ ਕਰਦਾ ਹੈ। ਤਾਣ ਮਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭ ਟੇਕ। ਹੇ ਪ੍ਰਭੂ, ਹੇ ਸੱਚੇ, ਤੂੰ ਮੇਰਾ ਮਾਣ ਹੈ, ਤੂੰ ਮੇਰਾ ਤਾਣ ਹੈ, ਮੈਨੂੰ ਹੁਣ ਤੇਰੇ ਤੇ ਹੀ ਮਾਣ ਹੈ। ਤਨ ਤੇ ਮਾਣ ਹੈ, ਧਨ ਤੇ ਮਾਣ ਹੈ, ਜੋਬਨ ਤੇ ਮਾਣ ਹੈ, ਪ੍ਰਭਤਾ ਤੇ ਮਾਣ ਹੈ, ਪਰਿਵਾਰ ਤੇ ਮਾਣ ਹੈ, ਕੁਲ ਤੇ ਮਾਣ ਹੈ, ਜ਼ਾਤ ਤੇ ਮਾਣ ਹੈ। ਇਹ ਤੇ ਮਹਿਲਾ ਹੈ, ਹੰਕਾਰੀ ਹੈ। ਇਹੀ ਲੋਕਾਂ ਕੋਲ ਹੈ। ਕੋਈ ਜੋਬਨ ਦਾ ਮਾਣ ਕਰਦਾ ਹੈ, ਕੋਈ ਪ੍ਰਭਤਾ ਦਾ ਮਾਣ ਕਰਦਾ ਹੈ, ਕੋਈ ਧਨ ਦਾ ਮਾਣ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੜਾ ਸੁੰਦਰ ਫਰਮਾਨ, ਜੋਬਨ ਧਨ ਪ੍ਰਭਤਾ ਕੈ ਮਦ ਮੇ ਅਹਨਿਸ ਰਹੇ ਦੀਵਾਨਾ। ਦਿਨ ਰਾਤ ਪਾਗਲ ਹੋਇਆ ਫਿਰਦਾ ਹੈ। ਧਨ ਦਾ ਮਾਣ, ਜੋਬਨ ਦਾ ਮਾਣ, ਪ੍ਰਭਤਾ ਦਾ ਮਾਣ। ਭਗਤ ਵੀ ਮੈਂ ਅਰਜ਼ ਕਰਾਂ ਨਿਮਾਣੇ ਨਹੀਂ ਆਉਂਦੇ, ਮਾਣ ਤੋਂ ਰਹਿਤ ਨਹੀਂ ਆਉਂਦੇ ਔਰ ਨਿਮਾਣੇ ਨਹੀਂ ਆਉਂਦੇ। ਬੜਾ ਭਾਰੀ ਮਾਣ ਆਉਂਦਾ ਉਹਨਾਂ ਕੋਲ। ਕਿਸ ਤੇ?
ਉਸ ਪਰਮਾਤਮਾ ਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਪਾਤਸ਼ਾਹ ਕਹਿੰਦੇ ਨੇ, ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁਤ ਦੇ। हे ਪ੍ਰਭੂ, ਨਿਮਾਣੇ ਹੋ ਕੇ ਨਹੀਂ ਜੀਵਣਾ, ਨਿਤਾਣੇ ਹੋ ਕੇ ਨਹੀਂ ਜੀਵਣਾ। ਕੁਦਰਤੀ ਗੱਲ ਹੈ, ਨਿਤਾਣਾ ਨਿਮਾਣਾ ਹੁੰਦਾ ਹੈ। ਜੋ ਨਿਤਾਣਾ ਹੈ, ਜਿਹਦੇ ਕੋਲ ਤਾਣ ਨਹੀਂ, ਉਹਦੇ ਕੋਲ ਮਾਣ ਕਾਹਦਾ। ਔਰ ਜੋ ਨਿਤਾਣਾ ਹੈ, ਨਿਮਾਣਾ ਹੈ, ਉਹ ਤੇ ਮਰਨ ਤੋਂ ਪਹਿਲੇ ਮਰ ਗਿਆ, ਉਹ ਤੇ ਕਬਰ ਤੇ ਚਲਾ ਗਿਆ, ਉਹ ਤੇ ਚਲਦੀ ਫਿਰਦੀ ਲਾਸ਼ ਹੈ, ਔਰ ਕੁਝ ਵੀ ਨਹੀਂ ਹੈ। ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਮਨੁੱਖ ਨਿਮਾਣਾ ਹੁੰਦਾ ਹੈ, ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ, ਉਹ ਮਰਨ ਤੋਂ ਪਹਿਲੇ ਮਰ ਗਿਆ ਹੁੰਦਾ ਹੈ। ਨਿਤਾਣੇ ਲਈ ਜਗਤ ਵਿੱਚ ਕੋਈ ਜਗ੍ਹਾ ਨਹੀਂ। ਕਮਜ਼ੋਰ ਕਹਿੰਦੇ ਨੇ ਉਸ ਲਈ ਕੋਈ ਥਾਂ ਨਹੀਂ। ਤੇ ਜਦ ਕਿਸੇ ਤਰ੍ਹਾਂ ਦੀ ਵੀ ਕੋਈ ਤਾਕਤ ਨਹੀਂ, ਨਾ ਧਨ ਦਾ ਜ਼ੋਰ, ਨਾ ਜੋਬਨ ਦਾ ਜ਼ੋਰ, ਨਾ ਕੁਲ ਦਾ ਜ਼ੋਰ, ਨਾ ਜ਼ਾਤ ਦਾ ਜ਼ੋਰ, ਤੋ ਜ਼ੋਰ ਕਿਸ ਦਾ? ਜ਼ੋਰ ਹੁਣ ਪ੍ਰਭੂ ਦਾ। ਤਾਣ ਮਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭਟੇ। हे ਪ੍ਰਭੂ, ਹੁਣ ਤੂੰ ਮੇਰਾ ਤਾਣ ਹੈ, ਇਸ ਵਾਸਤੇ ਮੈਨੂੰ ਤੇਰੇ ਤੇ ਹੀ ਮਾਣ ਹੈ। ਪਰਮਾਤਮਾ ਨਿਰਮਲ ਹੈ, ਉਸ ਦਾ ਮਾਣ ਵੀ ਨਿਰਮਲ ਹੈ। ਬਾਕੀ ਹੰਕਾਰ ਮੈਲਾ ਹੈ। ਵਿਚਾਰ ਜਦ ਬਦਲਦੇ ਨੇ ਤਾਂ ਹੁਣ ਮੈਂ ਅਰਜ਼ ਕਰਾਂ, ਮਨੁੱਖ ਦੇ ਵਿਚਾਰਾਂ ਵਿੱਚ ਹੈ ਕੀ? ਮਨੁੱਖ ਦੀ ਸੋਚਣੀ ਵਿੱਚ ਕੀ ਹੈ? ਅਗਰ ਕਹਿ ਦਈਏ ਵਿਚਾਰਾਂ ਦੇ ਬਦਲਦਿਆਂ ਸੰਸਾਰ ਬਦਲਦਾ ਹੈ, ਸੋਚਣੀ ਦੇ ਬਦਲਦਿਆਂ ਹੀ ਜ਼ਿੰਦਗੀ ਬਦਲਦੀ ਹੈ, ਚਿੰਤਨ ਦੇ ਬਦਲਦਿਆਂ, ਯਾਦਾਂ ਦੇ ਬਦਲਦਿਆਂ ਹੀ ਸਾਰੀ ਦੁਨੀਆ ਬਦਲਦੀ ਹੈ, ਹੰਕਾਰ ਦੇ ਬਦਲਦਿਆਂ ਹੀ ਸਭ ਕੁਝ ਬਦਲਦਾ ਹੈ। ਤਾਂ ਸਵਾਲ ਇਹ ਪੈਦਾ ਹੁੰਦਾ ਹੈ, ਮਨੁੱਖ ਦੇ ਵਿਚਾਰਾਂ ਦੇ ਵਿੱਚ ਕੀ ਹੈ, ਸੋਚਣੀ ਦੇ ਵਿੱਚ ਕੀ ਹੈ, ਯਾਦਾਂ ਦੇ ਵਿੱਚ ਕੀ ਹੈ? ਧਾਰਮਿਕ ਮਨੋਚਿੰਤਕ ਐਸਾ ਕਹਿੰਦੇ ਨੇ ਕਿ ਮਨੁੱਖ ਦੇ ਵਿਚਾਰਾਂ ਦੇ ਵਿੱਚ, ਮਨੁੱਖ ਦੀ ਸੋਚਣੀ ਦੇ ਵਿੱਚ ਔਰ ਮਨੁੱਖ ਦੇ ਚਿੰਤਨ ਦੇ ਵਿੱਚ ਕਾਮ ਹੈ, ਲੋਭ ਹੈ, ਅਹੰਕਾਰ ਹੈ, ਔਰ ਕੀ ਹੈ? ਕੁਝ ਵੀ ਨਹੀਂ ਹੈ। ਪੜ੍ਹੋ ਆਪਣੇ ਵਿਚਾਰਾਂ ਨੂੰ, ਅੰਦਰ ਕਿਹੜੇ ਪਏ ਵਿਚਾਰ ਚੱਲਦੇ ਨੇ। ਪੜ੍ਹੋ ਆਪਣੀ ਸੋਚਣੀ ਨੂੰ, ਸੋਚਣੀ ਦੇ ਵਿੱਚ ਕੀ ਹੈ, ਔਰ ਪੜ੍ਹੋ ਆਪਣੀਆਂ ਯਾਦਾਂ ਨੂੰ, ਯਾਦਾਂ ਦੇ ਵਿੱਚ ਕੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ ਹੈ, ਆਪਣੇ ਮਨ ਨੂੰ ਨਹੀਂ ਪੜ੍ਹਦਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜ੍ਹੇ ਇਆਣਾ। ਬੜੇ ਬੜੇ ਗ੍ਰੰਥ ਪੜ੍ਹ ਲੈਂਦਾ ਹੈ, ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ ਹੈ, ਬਹੁਤ ਕੁਝ ਪੜ੍ਹ ਲੈਂਦਾ ਹੈ, ਪਰ ਮੱਥੇ ਦੇ ਲੇਖ ਨਹੀਂ ਪੜ੍ਹ ਸਕਦਾ, ਸਿਰ ਦੇ ਲੇਖ ਨਹੀਂ ਪੜ੍ਹਦਾ। ਤੇਰੇ ਸਿਰ ਦੇ 'ਚ ਕੀ ਚੱਲ ਰਿਹਾ ਹੈ, ਤੇਰੇ ਦਿਮਾਗ ਦੇ 'ਚ ਕੀ ਚੱਲ ਰਿਹਾ ਹੈ, ਤੇਰੇ ਮਨ ਦੇ 'ਚ ਕੀ ਚੱਲ ਰਿਹਾ ਹੈ, ਪੜ੍ਹ। ਔਰ ਜਿਸ ਨੂੰ ਆਪਣਾ ਮਨ ਪੜ੍ਹਨ ਦੀ ਜਾਚ ਆ ਜਾਏ, ਸਾਧਕ, ਔਰ ਜੋ ਆਪਣੇ ਮਨ ਨੂੰ ਬਦਲ ਦੇਵੇ, ਸ਼ੁੱਧ ਕਰ ਲਵੇ, ਸਾਧੂ, ਜੋ ਸਾਧਨਾ ਦੇ 'ਚ ਲੀਨ ਹੈ, ਮਨ ਨੂੰ ਸਮਝਣ ਦੀ ਕੋਸ਼ਿਸ਼ ਪਿਆ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਇੱਥੇ ਤੱਕ ਕਹਿੰਦੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ, ਬ੍ਰਹਮਾ ਵਿਸ਼ਨ ਨਾਰਦ ਮੁਨ ਸੇਖਾ, ਤਿਨ ਵੀ ਤਨ में ਮਨ ਨਹੀਂ ਪੇਖਾ। ਧਾਰਮਿਕ ਦੁਨੀਆ ਦੇ ਇਹ ਅਜ਼ੀਮ ਦੇਵਤੇ ਬੜੇ ਦਾਰਸ਼ਨਿਕ ਸਨ, ਬੜੇ ਸਿਆਣੇ ਸਨ, ਬੜੀਆਂ ਸ਼ਕਤੀਆਂ ਦੇ ਮਾਲਕ, ਪਰ ਜਿਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਮੱਥਾ ਟੇਕ ਰਹੇ ਹੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਬ੍ਰਹਮਾ ਵਿਸ਼ਨ ਨਾਰਦ ਮੁਨੀ ਸੇਖਾ, ਤਿਨ ਵੀ ਤਨ में ਮਨ ਨਹੀਂ ਪੇਖਾ। ਉਹ ਵੀ ਮਨ ਦੀਆਂ ਗਹਿਰਾਈਆਂ ਨੂੰ ਸਮਝ ਨਾ ਸਕੇ ਤੇ ਮਨ ਦੇ ਹੱਥੋਂ ਠਗਾ ਗਏ। ਬ੍ਰਹਮਾ ਠਗਾ ਗਿਆ। ਕਿਸ ਤਰ੍ਹਾਂ ਠਗਾ ਗਿਆ? ਆਪਣੀ ਬੱਚੀ ਦਾ ਰੂਪ ਵੇਖ ਕੇ ਹੀ ਆਪਣਾ ਮਨ ਮੈਲਾ ਕਰ ਬੈਠਾ। ਪੁਰਾਣ ਕਥਾਵਾਂ ਜਿਸ ਦਾ ਅਨੁਵਾਦ ਕਰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ। ਚਾਰੇ ਵੇਦ ਵਖਾਣ ਦਾ, ਚਤਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏਂਦਾ, ਵੇਖ ਸੁਰਸਤੀ ਰੂਪ ਲੁਭਾਣਾ। ਬ੍ਰਹਮਾ, ਜਿਹੜੀ ਭੁੱਲ ਬ੍ਰਹਮਾ ਕਰਦਾ ਹੈ, ਉਹੀ ਭੁੱਲ ਵਿਸ਼ਨੂੰ ਕਰਦਾ ਹੈ, ਉਹੀ ਭੁੱਲ ਸ਼ੰਕਰ ਕਰਦਾ ਹੈ, ਉਹੀ ਭੁੱਲ ਇੰਦਰ ਕਰਦਾ ਹੈ, ਉਹੀ ਭੁੱਲ ਨਾਰਦ ਕਰਦਾ ਹੈ। ਕਾਰਨ ਕਿਉਂ ਕਰਦਾ ਹੈ? ਮਨ ਦੀਆਂ ਗਹਿਰਾਈਆਂ ਨੂੰ ਸਮਝਣ ਦੇ ਅਸਮਰਥ ਰਹਿ ਗਏ। ਤੇ ਮਨ ਨੂੰ ਸਮਝਣਾ ਕਿਧਰੇ ਬੱਚਿਆਂ ਦੀ ਖੇਡ ਨਾ ਸਮਝ ਲੈਣੀ। ਲੋਕੀ ਕਹਿੰਦੇ ਨਾ, ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਬਿਲਕੁਲ ਗਲਤ ਕਹਿੰਦੇ ਨੇ। ਐਸਾ ਕਹਿਣਾ ਵੀ ਨਹੀਂ ਚਾਹੀਦਾ।
मन ਨੂੰ शुद्ध करके गुरुद्वारे जाओ। इंज कहना चाहिए गुरुद्वारे जाओ ताकि मन शुद्ध होवे। पहले किस तरह कर लेणगे, किवें कर लेणगे? जिन्होंने मन की बिल्कुल समझ नहीं, इंज कहते हैं मन को इकागर करके पाठ करो, बिल्कुल गलत कहते हैं। और वो कह रहे हैं जिन्होंने मन की समझ नहीं, इंज कहना चाहिए है पाठ करो ताकि मन इकागर होवे। मन की इकाग्रता तो फल है। जिहड़े कहते मन को इकागर करके कीर्तन करो, मन को इकागर करके कीर्तन सुनो, बिल्कुल गलत कहते हैं। और मैं फिर अर्ज करा, वही कह रहे हैं जिन्होंने मन की बिल्कुल समझ नहीं, कोई बोध नहीं, वही कहते हैं मन को इकागर करके कीर्तन सुनो। नहीं, इंज कहना चाहिए कीर्तन सुनो ताकि मन इकागर होवे, पाठ करो ताकि मन इकागर होवे, गुरुद्वारे जाओ ताकि मन शुद्ध होवे। मन को शुद्ध करके गुरुद्वारे जाओ, बच्चियां दी खेल। और गल स्पष्ट हो गई, मन की समझ नहीं, मन का कोई पता नहीं। आम साधारण मनुखों का तो कहना कि धन गुरु अर्जन देव जी महाराज फरमान करते हैं, ब्रह्मा विष्ण नारद मुनि सेखा तिन भी तन में मन नहीं पेखा। आम बंदे मन के हथों ठगाए जाते हैं, ब्रह्मा भी ठगा गया, किसी होर ने नहीं ठगया। मन नहीं ठग लिया विष्णु नो, मन नहीं ठग लिया शिव जी नो, मन नहीं ठग लिया इंद्र नो। जो आम साधारण मनुख भुल करते हैं, इंद्र भी कर बैठा है। और हैरानगी कि गौतम ऋषि की नार अहिल्या अपने विचार अपने जज्बात को काबू ना पांदा होया एक संत की पत्नी को भ्रष्ट करता है इंद्र। गुरु ग्रंथ साहब जी महाराज का फैसला, गुरु ग्रंथ साहब जी इस इतिहास को साढ़े सामने रखते हैं। गौतम नार अहिल्या तिस देख इंद्र लुभाया, सैस शरीर चहन भग उवै तामन पछोताया। तो मैं अर्ज करा, मनुख के विचारां दे की है, मनुख की सोचनी दे की है, मनुख के चिंतन दे यादां दे की है। मनुख के विचारां दे काम है, मनुख के विचारां दे लोभ है, मनुख के विचारां दे अहंकार है। मैं दोवां का नाम नहीं लिया, क्रोध ते मोह। पता है क्यों? धार्मिक दार्शनिक कहते ने ये जो तीन ने, काम लोभ अहंकार, इन्हां दी अपनी बुनियाद है। क्रोध ते मोह इन्हां तिन्नां दी छाया है। क्रोध ते मोह की अपनी कोई बुनियाद नहीं है, इसकी अपनी कोई होंद नहीं है। ये उन्हां तिन्नां दी छाया है। काम की छाया है मोह, लोभ की छाया है मोह, हंकार की छाया है मोह। हंकार की छाया है क्रोध, मोह की छाया है क्रोध, काम की छाया है क्रोध। जिस तो लोभ की पूर्ति हो जाए उसते मोह आ जाता है, प्यारा लगता है, चंगा लगता है। जिहड़ा रोक खड़ी कर देवे उसते क्रोध आउंदा है, गुस्सा आउंदा है। जिहड़ा काम की पूर्ति कर देवे उसते मोह आउंदा है, प्यारा लगता है, चंगा लगता है। जिहड़ा रोक खड़ी कर देवे उसते क्रोध आउंदा है। और जिहड़ा हंकार नूं पट्ठे पा देवे, प्यारा लगता है, चंगा लगता है। जिहड़ा कह देवे थोड़े जैसा कोई दानी नहीं, थोड़े जैसा कोई ज्ञानी नहीं, तुसी ना हो तो सेवा हो नहीं सकती, तुसी ना हो तो गुरुद्वारे चल नहीं सकते। कुछ तो हंकारी ऐसे होंदे ने, वो आप ही अपने मूँह चो सब कुछ प्रगट करते हैं। कहते ज्ञानी जी असी ना होइए तो जलूस किवें निकलेगा, असी ना होइए तो स्कूल के दरवाजे बंद हो जान, असी ना होइए तो गुरुद्वारे का काम चल ही नहीं सकता। मेरा एक कोई जवाब होंदा, तू मर के वेख सब कुछ होंदा रहेगा। ये तो कहती गई देख बाजे बजाए, वही एक रहसी जो साचा खुदा है। कल तू ये आखेगा जो मैं ना आवां तो सूरज किवें चढ़ेगा, मैं ना आवां तो दरियावां दे वेग किस तरह चलणगे, मैं ना आवां तो हवावां किस तरह चलणगियां। पर इसनूं कौन दसे, तू नहीं भी आवेगा तो सब कुछ होंदा रहेगा। एवें तेरा हंकार, फिजूल अहंकार, फोका अहंकार। तो जिहड़ा हंकार नूं पट्ठे पा देवे उसते मोह आउंदा है, चंगा लगता है, प्यारा लगता है। और जिहड़ा रोक खड़ी कर देवे उसते क्रोध आउंदा है। जिहड़ा लोभ की पूर्ति कर देवे प्यारा लगता है, चंगा लगता है। और जिहड़ा रोक खड़ी कर देवे उसते क्रोध आउंदा है।
ਇਕਾਗਰਤਾ ਬਖਸ਼ਣੀ, ਤਵੱਜਾ। ਜੋ ਕਾਮ ਦੀ ਪੂਰਤੀ ਕਰ ਦੇਵੇ ਪਿਆਰਾ ਲੱਗਦਾ ਹੈ, ਉਸ ਤੇ ਮੋਹ ਆਉਂਦਾ ਹੈ, ਔਰ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ ਹੈ। ਇਸ ਵਾਸਤੇ ਸਿਆਣੇ ਧਾਰਮਿਕ ਚਿੰਤਕ ਐਸਾ ਕਹਿੰਦੇ ਨੇ, ਕ੍ਰੋਧ ਤੇ ਮੋਹ ਦਾ ਆਪਣਾ ਕੋਈ ਵਜੂਦ ਨਹੀਂ ਹੈ, ਆਪਣੀ ਕੋਈ ਬੁਨਿਆਦ ਨਹੀਂ ਹੈ, ਆਪਣੀ ਕੋਈ ਹੋਂਦ ਨਹੀਂ ਹੈ। ਇਹ ਉਹਨਾਂ ਤਿੰਨਾਂ ਦੀ ਛਾਇਆ ਹੈ। ਮਨ ਨੂੰ ਸਮਝਣਾ ਹੈ, ਥੋੜਾ ਜਿਹਾ ਅੰਤਰਮੁਖੀ ਹੋਣਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਅੰਤਰਮੁਖੀ ਹੋਏ ਬਿਨਾਂ ਕੁਝ ਸਮਝ ਵੀ ਨਹੀਂ ਆਏਗੀ। ਤੇ ਅੰਤਰਮੁਖੀ ਉਹੀ ਹੋ ਸਕੇਗਾ ਜੋ ਸੁਣਦਾ ਹੈ। ਤੇ ਸੁਣਨਾ ਹੀ ਤੇ ਕਠਿਨ ਹੈ, ਬਹੁਤ ਕਠਿਨ ਹੈ, ਬਹੁਤ ਹੀ ਕਠਿਨ ਹੈ। ਮਸਜਿਦਾਂ ਨੇ, ਮੰਦਰ ਨੇ, ਗੁਰਦੁਆਰੇ ਨੇ, ਸਾਧਨਾ ਦਾ ਥੋੜਾ ਥੋੜਾ ਅੰਤਰ ਹੈ, ਮੰਜ਼ਿਲ ਇੱਕੋ ਹੀ ਹੈ, ਟਿਕਾਣਾ ਇੱਕੋ ਹੈ। ਸਾਡੇ ਹਿੰਦੂ ਵੀਰ ਜਾਂਦੇ ਨੇ ਮੰਦਰਾਂ ਵਿੱਚ ਦਰਸ਼ਨ ਕਰਨ ਲਈ ਕਿਸੇ ਦੇਵਤੇ ਅਵਤਾਰ ਦੀ ਮੂਰਤੀ ਦੇ। ਸਾਰੀ ਸਾਧਨਾ ਅੱਖਾਂ ਤੇ ਖੜੀਏ, ਵੇਖਣ ਤੇ ਖੜੀਏ, ਦਰਸ਼ਨ ਤੇ ਖੜੀਏ। ਦਰਸ਼ਨ ਕਰਨੇ ਨੇ, ਵੇਖਣਾ ਹੈ। ਅੱਖਾਂ ਦੇ ਸਾਹਮਣੇ ਜੋ ਕੁਝ ਹੋਏਗਾ ਅੱਖਾਂ ਵੇਖ ਲੈਣਗੀਆਂ। ਸਾਰੀ ਸਾਧਨਾ ਦਰਸ਼ਨਾਂ ਤੇ ਖੜੀਏ। ਅੱਜ ਇੱਕ ਮੰਦਰ ਦੀ ਕੋਠੜੀ ਦੇ ਵਿੱਚ ਭਗਵਾਨ ਨੂੰ ਵੇਖੀਏ, ਫਿਰ ਬਾਹਰ ਵੇਖੀਏ, ਫਿਰ ਸਾਰਾ ਸੰਸਾਰ ਭਗਵਾਨ ਦਾ ਰੂਪ ਦਿਖਾਈ ਦੇਵੇ। ਸਾਧਨਾ ਹੈ, ਵੇਖਣਾ ਹੈ, ਦਰਸ਼ਨ ਕਰਨੇ ਨੇ। ਸਾਡੇ ਮੁਸਲਮਾਨ ਭਰਾ ਜਾਂਦੇ ਨੇ ਮਸਜਿਦ ਵਿੱਚ ਪੜ੍ਹਨ ਲਈ ਨਮਾਜ਼। ਸਾਰੀ ਸਾਧਨਾ ਪੜ੍ਹਨ ਤੇ ਖੜੀ ਹੈ। ਕੁਰਾਨ ਦੀ ਤਲਾਵਤ ਕਰਨੀ ਹੈ, ਨਮਾਜ਼ ਪੜ੍ਹਨੀ ਹੈ, ਪੜ੍ਹਨ ਤੇ ਖੜੀ ਹੈ। ਵੇਖਣ ਨਾਲੋਂ ਥੋੜਾ ਜਿਹਾ ਪੜ੍ਹਨਾ, ਇਹਦੇ ਵਾਸਤੇ ਇਕਾਗਰਤਾ ਚਾਹੀਦੀ ਹੈ ਥੋੜੀ ਜਿਹੀ। ਸਿੱਖ ਜਾਂਦੇ ਨੇ ਗੁਰਦੁਆਰੇ ਸੁਣਨ ਲਈ ਗੁਰੂ ਕਾ ਸ਼ਬਦ। ਸਾਰੀ ਸਾਧਨਾ ਕੰਨਾਂ ਤੇ ਖੜੀ ਹੈ, ਸੁਣਨ ਤੇ ਖੜੀ ਹੈ। ਵੇਖਣ ਨਾਲੋਂ ਪੜ੍ਹਨਾ ਔਖਾ ਹੈ, ਔਰ ਪੜ੍ਹਨ ਨਾਲੋਂ ਸੁਣਨਾ ਔਖਾ ਹੈ, ਕਠਿਨ ਹੈ। ਇਸ ਚੱਕਰ 'ਚ ਨਾ ਪੈਣਾ ਕਿ ਅਸੀਂ ਇਤਨੇ ਸਾਰੇ ਬੈਠੇ ਹਾਂ, ਸਾਰੇ ਸੁਣ ਰਹੇ ਹਾਂ। ਕਤਈ ਨਹੀਂ, ਦੋ ਚਾਰਾਂ ਤੋਂ ਜ਼ਿਆਦਾ ਕੋਈ ਨਹੀਂ ਸੁਣ ਰਿਹਾ। ਸਭ ਆਪਣੇ ਵਿਚਾਰਾਂ ਨੂੰ ਸੁਣ ਰਹੇ ਨੇ, ਸਭ ਆਪਣੀ ਸੋਚਣੀ ਨੂੰ ਸੁਣ ਰਹੇ ਨੇ, ਸਭ ਆਪਣੀਆਂ ਯਾਦਾਂ 'ਚ ਮਹੂ ਅੰਦਰ ਜੋ ਫੁਰਨੇ ਚੱਲ ਰਹੇ ਨੇ, ਸਭ ਉਹਨਾਂ ਨਾਲ ਜੁੜੇ। ਕਠਿਨ ਹੈ। ਅਗਰ ਕੋਈ ਸੁਣੇ ਤਾਂ ਸਾਹਿਬ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣਦਿਆਂ ਹੀ ਦੁੱਖ ਨਾਸ ਹੋ ਜਾਂਦੇ ਨੇ, ਸੁਣਦਿਆਂ ਹੀ ਪਾਪ ਨਾਸ ਹੋ ਜਾਂਦੇ ਨੇ। ਸੁਣਦਿਆਂ ਹੀ ਗੁਰੂ ਕਾ ਸ਼ਬਦ ਅੰਦਰ ਪ੍ਰਵੇਸ਼ ਕਰੇਗਾ, ਸੁਣਦਿਆਂ ਹੀ ਗੁਰੂ ਦੀ ਵਿਚਾਰ ਅੰਦਰ ਪ੍ਰਵੇਸ਼ ਕਰੇਗੀ। ਅੰਦਰੋਂ ਹੰਕਾਰ ਨਿਕਲੇਗਾ, ਅੰਦਰੋਂ ਦੁੱਖ ਨਿਕਲਣਗੇ, ਅੰਦਰੋਂ ਸੰਤਾਪ ਨਿਕਲਣਗੇ। ਸੁਣਨਾ ਹੀ ਤੇ ਔਖਾ ਹੈ। ਔਰ ਸੁਣ ਉਹੀ ਸਕੇਗਾ ਜਿਸ ਦਾ ਪੂਰਾ ਧਿਆਨ ਇਕਾਗਰ ਹੋਵੇ। ਇੱਧਰ ਭਟਕਦਾ ਪਿਆ, ਇੱਧਰ ਭਟਕਦਾ ਪਿਆ, ਉਧਰ ਵੇਖ ਰਿਹਾ, ਉਧਰ ਵੇਖ ਰਿਹਾ। ਇੱਥੋਂ ਸਪਸ਼ਟ ਹੈ ਇਹਦਾ ਧਿਆਨ ਵੀ ਭਟਕ ਰਿਹਾ ਹੈ। ਇਹਨੇ ਕੀ ਸੁਣਨਾ ਹੈ? ਸੁਣਨ ਲਈ ਧਿਆਨ ਦੀ ਪੂਰੀ ਇਕਾਗਰਤਾ ਚਾਹੀਦੀ ਹੈ। ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ, ਦੂਸਰਾ ਸੁਣ ਰਿਹਾ ਹੁੰਦਾ ਹੈ, ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ, ਮਿੱਤਰਾ ਇਹ ਗੱਲ ਫਿਰ ਆਖ, ਮੈਂ ਨਹੀਂ ਸੁਣੀ। ਤੂੰ ਕਿਉਂ ਨਹੀਂ ਸੁਣੀ ਜਦ ਬੋਲਣ ਵਾਲਾ ਇਤਨੀ ਉੱਚੀ ਉੱਚੀ ਬੋਲ ਰਿਹਾ ਹੈ? ਤੂੰ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਬਿਨਾਂ ਧਿਆਨ ਦੀ ਇਕਾਗਰਤਾ ਤੋਂ ਸੁਣਨਾ ਕਠਿਨ ਹੈ, ਔਰ ਬਿਨਾਂ ਸੁਣਿਆ ਗੁਰੂ ਦੇ ਸ਼ਬਦ ਦਾ ਅੰਦਰ ਪ੍ਰਵੇਸ਼ ਹੋਣਾ ਕਠਿਨ ਹੈ। ਔਰ ਸ਼ਬਦ ਦੇ ਅੰਦਰ ਦੇ ਪ੍ਰਵੇਸ਼ ਹੋਏ ਬਿਨਾਂ ਦੁੱਖਾਂ ਦਾ ਬਾਹਰ ਨਿਕਲਣਾ ਵੀ ਕਠਿਨ ਹੈ। ਦੁੱਖ ਤਾਂ ਹੀ ਬਾਹਰ ਨਿਕਲਣਗੇ, ਸੰਤਾਪ ਬਾਹਰ ਤਾਂ ਹੀ ਨਿਕਲਣਗੇ ਜੇ ਸ਼ਬਦ ਅੰਦਰ ਪ੍ਰਵੇਸ਼ ਕਰੇਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣ ਕੇ ਹੀ ਮਨੁੱਖ ਸਿੱਧ ਬਣ ਜਾਂਦਾ, ਪੀਰ ਬਣ ਜਾਂਦਾ, ਨਾਥ ਬਣ ਜਾਂਦਾ, ਗਿਆਨੀ ਬਣ ਜਾਂਦਾ, ਦਾਨੀ ਬਣ ਜਾਂਦਾ। ਇਤਨਾ ਪਾਵਨ ਹੋ ਜਾਂਦਾ ਕਿ 68 ਤੀਰਥ ਵੀ ਉਸ ਤੋਂ ਸਦਕੇ ਕੀਤੇ ਜਾ ਸਕਦੇ ਨੇ। ਸੁਣੀਏ 68 ਕਾ ਇਸ਼ਨਾਨ। ਇਤਨਾ ਪਾਵਨ ਹੋ ਜਾਂਦਾ, ਉਹ ਤੇ ਇਤਨਾ ਪਵਿੱਤਰ ਹੋ ਜਾਂਦਾ ਜੇ ਕਿਧਰੇ ਸੁਣੇ। ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ। ਉਹ ਪਚ ਕੇ ਮਿੰਜ ਬਣਦੀ ਏ, ਖੂਨ ਬਣਦੀ ਏ, ਮਾਸ ਬਣਦੀ ਏ, ਸਰੀਰ ਦੀ ਸ਼ਕਤੀ ਬਣਦੀ ਏ, ਤਵਾਨਾਈ ਬਣਦੀ ਏ, ਇੰਦਰੀਆਂ ਦਾ ਬਲ ਬਣਦੀ ਹੈ। ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ, ਇਹੀ ਸਮਾਧੀ ਬਣਦਾ ਹੈ, ਇਹੀ ਆਨੰਦ ਬਣਦਾ ਹੈ, ਇਹੀ ਦੇਵੀ ਗੁਣ ਬਣਦਾ ਹੈ, ਇਹੀ ਪਰਮ ਸ਼ਕਤੀ ਬਣਦਾ ਹੈ, ਇਹੀ ਰੂਹਾਨੀ ਤਾਕਤ ਬਣਦਾ ਹੈ। ਪਰ ਸ਼ਬਦ ਤੇ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ, ਔਰ ਉਦੋਂ ਪ੍ਰਵੇਸ਼ ਕਰੇਗਾ ਜਦ ਕੋਈ ਸੁਣੇਗਾ, ਔਰ ਸੁਣੇਗਾ ਉਹੀ ਜਿਸ ਦਾ ਧਿਆਨ ਪੂਰਾ ਇਕਾਗਰ। ਨਹੀਂ ਤੇ ਕੌਣ ਸੁਣਦਾ ਹੈ?
ਸ਼ੌਕੀਆ ਲੋਕੀ ਆਪਣੇ ਘਰ ਦੇ 'ਚ ਵੀ ਅਖੰਡ ਪਾਠ ਰਖਾ ਲੈਂਦੇ ਨੇ, ਪਰ ਜਿਸ ਕਮਰੇ ਦੇ 'ਚ ਰਖਾਉਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ, ਕਿਧਰੇ ਸੁਣਨਾ ਨਾ ਪੈ ਜਾਏ। ਕੌਣ ਸੁਣਦਾ ਹੈ? ਕਠਿਨ ਹੈ। ਮਨੁੱਖ ਪੁੱਤਰ ਨੂੰ ਸੁਣ ਸਕਦਾ ਹੈ, ਮਿੱਤਰ ਨੂੰ ਸੁਣ ਸਕਦਾ ਹੈ, ਪਤਨੀ ਨੂੰ ਸੁਣ ਸਕਦਾ ਹੈ, ਪਤੀ ਨੂੰ ਸੁਣ ਸਕਦਾ ਹੈ, ਗੁਰੂ ਨੂੰ ਸੁਣਨਾ ਔਖਾ ਹੈ, ਕਠਿਨ ਹੈ। ਕਾਰਨ ਗੁਰੂ ਦੀ ਗੱਲ, ਗੁਰੂ ਦੀ ਵਿਚਾਰ ਸਾਡੇ ਵਿਚਾਰਾਂ ਨਾਲ ਤਾਲਮੇਲ ਨਹੀਂ ਖਾਂਦੀ। ਸਾਡੇ ਵਿਚਾਰਾਂ 'ਚ ਕਾਮ, ਗੁਰੂ ਦੇ ਵਿਚਾਰਾਂ 'ਚ ਰਾਮ। ਸਾਡੇ ਵਿਚਾਰਾਂ 'ਚ ਕ੍ਰੋਧ, ਗੁਰੂ ਦੇ ਵਿਚਾਰਾਂ 'ਚ ਦਇਆ। ਸਾਡੇ ਵਿਚਾਰਾਂ 'ਚ ਹੰਕਾਰ, ਗੁਰੂ ਦੇ ਵਿਚਾਰਾਂ 'ਚ ਨਿਰੰਕਾਰ। ਨਿਰਮਾਣਤਾ, ਵਿਨਿਮਰਤਾ, ਤਾਲਮੇਲ ਨਹੀਂ ਬੈਠਦਾ। ਵਾਜੇ ਦੀ ਸੁਰ ਇੱਕ ਪਾਸੇ ਜਾਏ, ਤਬਲੇ ਦੀ ਸੁਰ ਇੱਕ ਪਾਸੇ ਜਾਏ, ਕਹਿੰਦੇ ਤਾਲਮੇਲ ਨਹੀਂ ਬੈਠਿਆ, ਤਾਲਮੇਲ ਨਹੀਂ ਬੈਠਿਆ। ਤਾਲ, ਤਬਲਾ, ਸੁਰ, ਤਾਲ, ਦੋਹਾਂ ਦਾ ਮੇਲ ਤੇ ਬੈਠਣਾ ਚਾਹੀਦਾ। ਸੁਰ ਕਿਸੇ ਪਾਸੇ ਜਾ ਰਹੀ ਹੈ, ਤਾਲ ਕਿਸੇ ਪਾਸੇ ਜਾ ਰਿਹਾ ਹੈ। ਗੁਰੂ ਦੇ ਵਿਚਾਰ ਕੁਛ ਹੋਰ, ਸਾਡੇ ਵਿਚਾਰ ਕੁਛ ਹੋਰ, ਤਾਲਮੇਲ ਨਹੀਂ ਬੈਠਦੇ। ਔਰ ਕਹਿੰਦੇ ਨੇ ਜਿੱਥੇ ਤਾਲਮੇਲ ਬੈਠ ਜਾਏ ਰਸ ਬਣਦਾ ਵੀ ਉੱਥੇ ਹੀ ਹੈ, ਵਰਨਾ ਰਸ ਨਹੀਂ ਬਣਦਾ। ਔਰ ਕਿਸੇ ਦਿਨ ਕੀਰਤਨ ਸੁਣਦਿਆਂ ਕਿਸੇ ਨੂੰ ਰਸ ਆ ਗਿਆ, ਤਾਲਮੇਲ ਬੈਠ ਗਿਆ। ਅਵਲ ਤੇ ਮੈਂ ਦੇਖਿਆ ਕੀਰਤਨ ਦਾ ਰਸ ਤੇ ਕਿਸੇ ਨੂੰ ਵਿਰਲੇ ਨੂੰ ਹੀ ਆਉਂਦਾ ਹੈ। ਲੋਕ ਸੁਰਾਂ ਦੇ 'ਚ, ਆਵਾਜ਼ਾਂ ਦੇ 'ਚ, ਅਗਲੇ ਦੇ ਰੰਗ ਰੂਪ 'ਚ ਜਾਂ ਵਿਅਰਥ ਦੀਆਂ ਸਾਖੀਆਂ 'ਚ ਹੀ ਫਸ ਕੇ ਰਹਿ ਜਾਂਦੇ ਨੇ, ਜਿਨ੍ਹਾਂ ਦਾ ਇਤਿਹਾਸ ਨਾਲ ਵੀ ਕੋਈ ਮਤਲਬ ਨਹੀਂ, ਸੱਚਾਈ ਨਾਲ ਵੀ ਕੋਈ ਮਤਲਬ ਨਹੀਂ। ਮੈਂ ਤਾਂ ਇੱਥੇ ਤੱਕ ਦੇਖਿਆ ਇਤਨੀ ਨੀਵੀਂ ਲੋਕਾਂ ਦੀ ਸਰੋਤ, ਇਹ ਕਿਸ ਤਰ੍ਹਾਂ ਗੁਰੂ ਨੂੰ ਸੁਣਨਗੇ, ਇਹ ਕਿਸ ਤਰ੍ਹਾਂ ਗੁਰਬਾਣੀ ਨੂੰ ਸੁਣਨਗੇ। ਇਹ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਸੱਚ ਦੀ ਵਿਚਾਰ, ਫੋਕੀਆਂ ਸਾਖੀਆਂ ਨਹੀਂ। ਔਰ ਜਿਹੜੀ ਸਾਖੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਪੂਰੀ ਨਹੀਂ ਉਤਰਦੀ, ਉਸ ਦੀ ਸੱਚਾਈ ਹੈ ਕਿੱਥੇ, ਹਕੀਕਤ ਹੈ ਕਿੱਥੇ। ਖੈਰ, ਮੁਖਤਸਰ ਜੋ ਮੈਂ ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚਾਰਾਂ ਦੇ 'ਚ ਨਿਰੰਕਾਰ ਹੈ, ਦੈਵੀ ਗੁਣ ਨੇ, ਈਸ਼ਵਰੀ ਗੁਣ ਨੇ। ਇਹ ਸੁਣ ਕੇ ਹੀ ਅੰਦਰ ਪ੍ਰਵੇਸ਼ ਕਰਦੇ ਨੇ। ਸ਼ਬਦ ਅੰਦਰ ਪ੍ਰਵੇਸ਼ ਕਰੇਗਾ, ਸਮਾਧੀ ਬਣੇਗਾ, ਦੈਵੀ ਗੁਣ ਬਣੇਗਾ, ਔਰ ਸਮਝ ਆ ਜਾਏਗੀ ਉਸ ਪਰਿਪੂਰਨ ਪ੍ਰਮਾਤਮਾ ਦੀ, ਅਕਾਲ ਪੁਰਖ ਦੀ। ਕਿਸ ਅਕਾਲ ਪੁਰਖ ਦੀ? ਜਿਹਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਅਨੇਕ ਹੈ ਫਿਰ ਏਕ ਹੈ। ਜੋ ਇੱਕ ਹੁੰਦਾ ਹੋਇਆ ਅਨੇਕ ਹੈ, ਤੇ ਅਨੇਕ ਹੁੰਦਾ ਹੋਇਆ ਇੱਕ ਹੈ। ਇਹ ਤੇ ਪਹੇਲੀ ਹੋ ਗਈ। ਉਹ ਅਨੇਕ ਵੀ ਹੈ, ਉਹ ਇੱਕ ਵੀ ਹੈ, ਉਹ ਇੱਕ ਵੀ ਹੈ, ਉਹ ਅਨੇਕ ਵੀ ਹੈ। ਹਾਂ, ਉਹ ਆਕਾਰ ਰਹਿਤ ਹੈ, ਉਹ ਆਕਾਰ ਵਾਲਾ ਵੀ ਹੈ। ਉਹ ਸਰਗੁਣ ਹੈ, ਉਹ ਨਿਰਗੁਣ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾਧਾਰ ਜਿਨ ਸਗਲੀ ਮੋਹੀ। ਉਹ ਨਿਰਗੁਣ ਰੂਪ ਦੇ 'ਚ ਇੱਕ ਹੈ, ਉਹ ਸਰਗੁਣ ਰੂਪ ਦੇ 'ਚ ਅਨੇਕ ਹੈ। ਉਹ ਇੱਕ ਤੋਂ ਅਨੇਕ ਹੈ ਔਰ ਅਨੇਕ ਤੋਂ ਇੱਕ ਹੈ। ਕਦੀ ਜਗਤ ਦੇ 'ਚ ਬਗੌਰ ਮੁਤਾਲਾ ਕਰਕੇ ਦੇਖਣਾ, ਸਭ ਕੁਝ ਅਨੇਕ ਹੈ, ਇੱਕ ਕੁਝ ਵੀ ਨਹੀਂ ਹੈ। ਮਨੁੱਖ ਅਗਰ ਬਾਹਰੋਂ ਕੁਝ ਏਕਤਾ ਲੈਣਾ ਚਾਹੇ ਤੇ ਹੋ ਨਹੀਂ ਸਕਦੀ। ਆਪ ਇਤਨੇ ਸਾਰੇ ਬੈਠੇ ਹੋ, ਸਭ ਵੱਖ ਵੱਖ ਹੋ। ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇੱਕ ਜੈਸਾ ਦੂਸਰਾ ਨਹੀਂ ਹੈ। ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ, ਨਵਾਂ ਰੂਪ ਲੈ ਕੇ ਆਉਂਦੇ ਨੇ, ਨਵੀਂ ਆਵਾਜ਼, ਨਵੀਂ ਚਾਲ, ਔਰ ਗਜ਼ਬ ਦੀ ਗੱਲ, ਨਵੀਂ ਹੀ ਉਂਗਲੀਆਂ ਦੀ ਛਾਪ। ਆਪ ਇਤਨੇ ਸਾਰੇ ਬੈਠੇ ਹੋ, ਹਰ ਇੱਕ ਦੇ ਫਿੰਗਰ ਪ੍ਰਿੰਟ ਅਲੱਗ ਅਲੱਗ ਨੇ, ਹਰ ਇੱਕ ਦੇ ਅੰਗੂਠੇ ਦੀ ਛਾਪ ਅਲੱਗ ਅਲੱਗ ਹੈ। ਇੱਕ ਦਾ ਅੰਗੂਠਾ ਦੂਜੇ ਨਾਲ ਮੇਲ ਨਹੀਂ ਖਾਂਦਾ। ਇਸ ਵਕਤ ਜ਼ਮੀਨ ਦੇ ਉੱਤੇ ਕੋਈ 5 ਅਰਬ ਦੇ ਕਰੀਬ ਮਨੁੱਖ ਨੇ, ਇਸ ਦਾ ਮਤਲਬ ਹੈ 5 ਅਰਬ ਅੰਗੂਠੇ ਅਲੱਗ ਅਲੱਗ ਨੇ। ਔਰ ਜਿਤਨੇ ਮਨੁੱਖ ਹੋ ਗੁਜ਼ਰੇ ਨੇ, ਸਭ ਦੇ ਅਲੱਗ ਅਲੱਗ। ਜਿਤਨੇ ਨਵੇਂ ਆ ਰਹੇ ਨੇ, ਸਭ ਦੇ ਅਲੱਗ ਅਲੱਗ। ਆਵਾਜ਼ ਅਲੱਗ, ਚਾਲ ਢਾਲ ਅਗਰ, ਰੰਗ ਰੂਪ ਅਲੱਗ, ਇੱਕ ਜੈਸਾ ਦੂਸਰਾ ਨਹੀਂ ਹੈ। ਮਨੁੱਖ ਦੀ ਗੱਲ ਛੱਡੋ, ਇੱਕ ਪਹਾੜ ਜੈਸਾ ਦੂਸਰਾ ਪਹਾੜ ਨਹੀਂ ਹੈ। ਇੱਕ ਨਦੀ ਜੈਸੀ ਦੂਸਰੀ ਨਦੀ ਨਹੀਂ ਹੈ। ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ। ਦਰਖਤ ਦੀ ਗੱਲ ਛੱਡੋ, ਇੱਕ ਪੱਤੇ ਜੈਸਾ ਦੂਸਰਾ ਪੱਤਾ ਨਹੀਂ ਹੈ। ਇੱਕ ਫੁੱਲ ਜੈਸਾ ਦੂਸਰਾ ਫੁੱਲ ਨਹੀਂ ਹੈ। ਇੱਕ ਦਰਖਤ ਨੂੰ ਜੇ 1000 ਫਲ ਲੱਗੇ ਨੇ, 10,000 ਫਲ ਲੱਗੇ ਨੇ, ਇੱਕ ਫਲ ਜੈਸਾ ਦੂਸਰਾ ਫਲ ਨਹੀਂ ਹੈ। ਇਸ ਚੱਕਰ 'ਚ ਨਾ ਪੈਣਾ ਕਿ 1000 ਅੰਬ ਇੱਕ ਦਰਖਤ ਨੂੰ ਲੱਗੇ ਨੇ, ਸਾਰੇ ਇੱਕੋ ਦਰਖਤ ਦੇ ਫਲ ਨੇ ਤੇ ਇੱਕ ਜੈਸੇ ਨੇ, ਕਤਈ ਨਹੀਂ। ਰੰਗ ਦੇ 'ਚ, ਰੂਪ ਦੇ 'ਚ, ਆਕਾਰ ਦੇ 'ਚ, ਵਜ਼ਨ ਦੇ 'ਚ, ਸਵਾਦ ਦੇ 'ਚ ਲਾਜ਼ਮੀ ਫਰਕ ਹੋਏਗਾ। ਇਹ ਗੱਲ ਵੱਖਰੀ ਹੈ ਕਿ ਉਹ ਫਰਕ ਸਾਡੀ ਪਕੜ ਦੇ 'ਚ ਆਵੇ ਭਾਵੇਂ ਨਾ ਆਵੇ।
ਉਹ ਫਰਕ ਸਾਡੇ ਤੋਲ ਦੇ 'ਚ ਆਵੇ ਭਾਵੇਂ ਨਾ ਆਵੇ, ਪਰ ਫਰਕ ਹੈ। ਇੱਕ ਜੈਸਾ ਦੂਸਰਾ ਪਰਮਾਤਮਾ ਬਣਾਉਂਦਾ ਹੀ ਨਹੀਂ, ਪੁਨਰੁਕਤ ਨਹੀਂ ਕਰਦਾ ਔਰ ਰਿਪੀਟ ਨਹੀਂ ਕਰਦਾ। ਕਹਿੰਦੇ ਨੇ ਪਰਮਾਤਮਾ ਦੇ 'ਚ ਰਿਪੀਟੇਸ਼ਨ ਨਹੀਂ ਹੈ, ਉਹ ਕੁਛ ਵੀ ਰਿਪੀਟ ਨਹੀਂ ਕਰਦਾ। ਔਰ ਜਿਸ ਦਿਨ ਇੱਕ ਜੈਸਾ ਉਹ ਦੂਸਰਾ ਬਣਾਉਣ ਲੱਗ ਪਿਆ तो समझ लेना रब भी मुक गया, खत्म हो गया। ऐसा नहीं होगा। एक सूरज जैसा दूसरा सूरज नहीं है, एक चंद्रमा जैसा दूसरा चंद्रमा नहीं है, और एक सूरज नहीं है। धन गुरु अर्जन देव जी महाराज जी कहते हैं कई कोट ससियर सूर निखत्र, कई करोड़ा सूरज ने, कई करोड़ा चंद्रमा ने, कोई एक है। और अज विज्ञान ने इसकी तस्दीक कर दी है कि गालबन 50 अरब सूरज साड़ी पकड़ दे साड़ी समझ दे आ गए ने। इतने इस तो अगां भी पसारा हो सकता है। जिस तरह साड़ी उम्र है सूरजां दी भी उम्र है। कुछ सूरज बचपन के दौर दे ने, कुछ जवान हो चुके ने, कुछ बुढ़े ने, कुछ खत्म होने वाले ने, मिटण वाले ने। धन गुरु अर्जन देव जी महाराज कहते हैं घटंत दीपं घटंत रूपं घटंत रव सस निखत्र गगनं। सूरज घट रहा है, एक दिन मिट जाएगा। चंद्रमा घट रहा है, एक दिन मिट जाएगा। धरती घट रही है, एक दिन मिट जाएगी। मनुख घट रहा है, एक दिन मिट जाएगा। सब कुछ बददा है, घटदा है ते मिटदा है। ये तिन्ने नियम हर एक ते लागू ने, सूरज चंद तारियां ते भी लागू ने। और विज्ञान ऐसा कह रहा है कि एक सूरज, ये सूरज जिस दे थल्ले असीं जी रहे हैं, ये अपनी जवानी हंडा चुके, बुढ़ा हो गया है। 40 लाख टन वजन एक सैकंड दे इसका घट रहा है। घटंत दीपं घटंत रूपं घटंत रव सस निखत्र गगनं। गुरु अर्जन देव जी महाराज ये घट रहा है, एक दिन मिट जाएगा। इस दे मिटण नूं ही महापरले कहते हैं। एक ब्रह्मंड दी परले, एक ब्रह्मंड दा खात्मा। बुढ़े सूरज दे थले असी जी रहे हैं, भावें अरबां खरबां इहदी साल उम्र है, लेकिन उम्र है। हर चीज़ वधदी है, घटदी है, मिटदी है। एक सूरज जैसा दूसरा सूरज नहीं है, एक चंद्रमा जैसा दूसरा चंद्रमा नहीं है, एक मनुख जैसा दूसरा मनुख नहीं है, एक दरख्त जैसा दूसरा दरख्त नहीं है, एक नदी जैसी दूसरी नदी नहीं है। परमात्मा रिपीट नहीं करता, पुनरुक्ति नहीं करता, दोहरांदा नहीं है। और जिस दिन परमात्मा दौरान लग पाए तो समझ लेना परमात्मा भी मुक गया है। धन गुरु अर्जन देव जी महाराज कहते हैं साहिब मेरा नीत नवा सदा सदा दातार। वो तो नित नवा है, उस तो जो कुछ भी आंदा है नित नवा ही आउंदा है। बहुत लंबे चौड़े पसारे नूं ना लईए, लखां मनुखी बच्चे रोज़ जन्म लै रहे हैं, नवीं आवाज़ लेके, नवा रूप लेके, नवे नैन नक्श लेके, नवीं अंगूठे की छाप लेके, नवीं उंगलियां की छाप लेके। हर बच्चा अलग है, एक जैसा दूसरा नहीं है। मेरे करते एक खेल रचाया, कोई न किस ही जिहा उपाया। सब कुछ अनेक है, वख वख है, पर इस सारी अनेकता दे च रमिया होया एक है। एक है, अमान है, निधान है, अनेक है, फिर एक है। तू अनेक होंदा होया एक है, और तू एक होंदा होया अनेक है। ऐसा क्यों कीता है परमात्मा ने? वो एक तो अनेक क्यों होया है? धन गुरु गोबिंद सिंह जी महाराज का इस संबंधी जवाब कलगीधर पातशाह दा। महाराज कहते ने एक मूरत अनेक दर्शन कीन रूप अनेक, खेल खेल अखेल खेलन अंत को फिर एक। अनेकता उस एक दा खेल है, तमाशा है। खेल या तो बच्चे खेडते हैं, खेल या परमात्मा खेडदा है, बाकी खेल नहीं ने। जिस दे च जित होवे, जिस दे च हार होवे, वो खेल नहीं है, वो जंग है। जिस दे च नफा होवे, जिस दे च नुकसान होवे, वो खेल नहीं है, वो तो धंधा है। मनुखी जगत दे सब तो वड्डियां खेलां ओलंपिक मेरी दृष्टि च वो भी एक जंग है, वो भी एक धंधा है, खेल नहीं है। जिस मुल्क के खिलाड़ी हार जाते हैं, कहते फलाना मुल्क हार गया है, फलाना मुल्क जित गया है, ये जंग है या कि खेल है। और जिस मुल्क के खिलाड़ी हार जाते हैं, सोगवार होके आउंदे ने, रोंदे हुए आउंदे ने।
ਔਰ ਜਿਸ ਮੁਲਕ ਦੇ ਖਿਲਾੜੀ ਜਿੱਤ ਜਾਣ, ਨੱਚਦੇ ਹੋਏ ਆਉਂਦੇ ਨੇ, ਮੁਲਕ ਦੇ ਵਿੱਚ ਉਹਨਾਂ ਦਾ ਸਵਾਗਤ ਆਉਂਦਾ ਹੈ, ਉਹਨਾਂ ਨੂੰ ਇਨਾਮ ਮਿਲਦੇ ਨੇ ਜੈਸੇ ਕਿਸੇ ਮੁਲਕ ਨੂੰ ਜਿੱਤ ਕੇ ਆਏ ਨੇ, ਔਰ ਵਾਕਈ ਨਾਮ ਵੀ ਲਿਆ ਜਾਂਦਾ ਹੈ, ਫਲਾਣਾ ਮੁਲਕ ਹਾਰ ਗਿਆ, ਫਲਾਣਾ ਜਿੱਤ ਗਿਆ। तो ये खेल है कि जंग है, ये खेल है कि धंधा है? ये खेल नहीं है। इसनों मेरी आत्मा ने कतई खेल नहीं मनिया, कतई खेल नहीं है। जिस दे जित है, जिस दे हार है, जिस दे हार दी घिरना होवे, जिस दे हार दी बेइज्जती होवे, ते जिस दे जित दा तकब्बुर होवे, उन्होंने खेल आखण दी की लोड़ है? वो खेल नहीं है, वो जंग है। जिहदे च नुकसान दा दुख होवे, जिहदे च नफे दी खुशी होवे, उन्होंने खेल आखण दी लोड़ की है? ये तो धंधा है। खेल बच्चे खेडदे ने, खेल परमात्मा खेडदा है। दरिया के कंढे ते, सागर के तट ते बच्चे खेल पे खेडदे ने। रेत दे महल खड़े कर रहे हैं, बड़ी मेहनत नाल, बड़ी लगन नाल, बड़ी इकाग्रता दे नाल। तो क्या इन्हां बच्चियां ने इन्हां महलों दे च रहना है जो इतनी मेहनत नाल पे बनाते ने, इतनी इकाग्रता नाल बना रहे ने? नहीं, खेल है। पर बड़ी लगन नाल, बड़ी मेहनत नाल ये महल खड़े कर रहे हैं। महल बन गए ने, इधरों सूरज डुबन वाला है, शाम हो गई है, घर की याद आई है। हसदियां हसदियां रेत दे महल खड़े किए सन, हसदियां हसदियां हुण तोड़ रहे हैं। बड़ी इकाग्रता नाल बनाए सन, बड़ी इकाग्रता दे नाल तोड़ रहे हैं। जद बनाण लगे सन खुश हसदियां हसदियां, अज मिटाण लगे ने खुश हसदियां हसदियां। खेल है, धंधा नहीं है, जंग नहीं है। बनाना भी खेल सी, मिटाना भी खेल सी। आवन जान एक खेल बनाया, आ गया कारी कीनी माया। धन गुरु अर्जन देव जी महाराज कहते ने, परमात्मा की दुनिया च भी, ओदी दृष्टि च भी सब कुछ खेल। जमना एक खेल, मरना एक खेल। नफा एक खेल, नुकसान एक खेल। जवानी एक खेल, बुढ़ेपा एक खेल। क्योंकि जवानी बुढ़ेपे च बदल जाती है, जन्म मरण दे च बदल जाता है, नफे नुकसान दे च बदल जाते हैं, इज्जत बेइज्जती दे च बदल जाती है, जिंदाबाद दे नारे मुर्दाबाद दे च बदल जाते हैं। खेल तमाशा, सुंदरता करूपता दे च बदल जाती है, हासे रोणियां दे च बदल जाते हैं। फूल खिलता है मुरझाने का तखय्युल लेकर, जिसे हंसता हुआ पाओगे वो परेशान होगा। हासियां दे थल्ले परेशानियां छुपियां पईयां ने, दुख संताप जो है छुपे पे ने, जन्म दे थल्ले मरण छुपिया पे। खेल तमाशा बनाण लग्या प्रसन्नता है परमात्मा नूं, मिटाण लग्या भी प्रसन्नता है। जद बनांदा है तो एक तो अनेक हो जाता है, जद मिटांदा है तो अनेक तो एक हो जाता है। खेल संकोचे तो नानक एक है। जैसे खेल नूं संकोचदा है एक, तो जद खेल खेलन लगता है अनेक। एक मूरत अनेक दर्शन, कीन रूप अनेक। खेल खेल अखेल खेलन, अंत को फिर एक। इस अनेकता दे च जिहड़ा एक नूं वेख लवे, एक नूं समझ लवे, वो पवित्र है। उसनूं किसी नाल घिरना नहीं होवेगी, किसी मुल्क नाल, किसी जात नाल, किसी व्यक्ति नाल, किसी कौम नाल, किसी धार्मिक मंदिर नाल। मस्जिद नूं वेख के भी उस दे अंदर झरनाहट वजेगी, मंदिर नूं वेख के भी उस दे अंदर खुशियां जागणगियां। गुरुद्वारे ते चर्च दे कोलों लंघिया होई उहदे अंदर अध्यात्मक तरंगां पैदा होणगियां, भेद ते मिट गया। उहनूं दिस पिया अनेकता दे अंदर एक है। अनेकता उसका खेल है, वास्तविक वो एक है। सूरज एक है, किरना अनेक ने, सागर एक है, लहरां अनेक है। जिसनूं लहरां नाल नफरत है, उन्होंने सागर नाल भी नफरत है। जिन्हों किरना नाल नफरत है, उन्होंने सूरज नाल भी नफरत है। जिन्हों अनेकता नाल नफरत है, उन्होंने एक नाल भी घिरना है। उन्होंने एक दी कोई समझ नहीं, उसने एक दा कोई बोध नहीं। तो गुरु ग्रंथ साहब जी महाराज की बाणी का फैसला, एक वस्त बूझें तां होवें पाक, बिन बूझे तो सदा ना पाक। जे एक नूं समझ जाए तो पावन है, पवित्र है, तो जे नहीं समझिया तो अपवित्रता की ढेरी। भट्टा ने इस संबंध एक सवैया उच्चारण किया, कह के मैं समाप्ति करा एकाग्रता बख्शनी। और धन गुरु अमरदास जी महाराज की उपमा दे भट्ट फरमान करते ने, हे गुरु अमरदास तैं पढ़ियो एक, मन धरियो एक, कर एक पछाणियो। हे गुरु अमरदास,
ਤੁਸੀਂ ਜੀਵਨ ਭਰ ਪੜ੍ਹਿਆ ਤੇ ਇੱਕ ਨੂੰ ਪੜ੍ਹਿਆ, 2 3 4 5 ਨਹੀਂ, ਇੱਕ। ਸਿਰਫ ਇੱਕ ਨੂੰ ਪੜ੍ਹਿਆ ਹੀ ਨਹੀਂ, ਮਨ ਦੇ 'ਚ ਵੀ ਇੱਕ ਨੂੰ ਵਸਾਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ, ਦੁਬਦਾ ਨਾ ਪੜ੍ਹੋ, ਮੈਂ ਇੱਕ ਤੋਂ ਬਿਨਾਂ ਦੂਜਾ ਨਹੀਂ ਪੜ੍ਹਨ ਨੂੰ ਤਿਆਰ। ਦੂਜੀ ਤੀਜੀ ਗੱਲ ਮੈਂ ਸੁਣਨ ਨੂੰ ਤਿਆਰ ਨਹੀਂ, ਪੜ੍ਹਨ ਨੂੰ ਤਿਆਰ ਨਹੀਂ। ਦੁਬਦਾ ਨਾ ਪੜ੍ਹੋ, ਹਰ ਬਿਨ ਆਵਰ ਨਾ ਪੂਜੋ, ਮੜੀ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਮੈਂ ਨਹੀਂ ਦੁਬਦਾ ਪੜ੍ਹਦਾ। ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਤੈਂ ਪੜ੍ਹਿਓ ਇੱਕ, ਤੁਸੀਂ ਜੀਵਨ ਭਰ ਪੜ੍ਹਿਆ ਇੱਕ ਨੂੰ। ਸਿਰਫ ਪੜ੍ਹਿਆ ਹੀ ਨਹੀਂ, ਮਨ ਦੇ 'ਚ ਵਸਾਇਆ ਇੱਕ ਨੂੰ। ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ, ਇੱਕ ਦੋਏ ਠਾਏ ਨਾ ਜਾਣਿਓ। ਤੁਹਾਡੀ ਅੱਖਾਂ 'ਚ ਵੀ ਇੱਕ ਹੈ, ਜਿੱਥੇ ਤੱਕ ਵੇਖਦੇ ਹੋ ਇੱਕ ਨੂੰ। ਤੁਹਾਡੀ ਜ਼ਬਾਨ 'ਤੇ ਵੀ ਇੱਕ ਹੈ, ਜਿੰਨੇ ਬੋਲ ਬੋਲਦੇ ਹੋ ਉਹਨਾਂ 'ਚ ਇੱਕ ਪ੍ਰਗਟ ਆਉਂਦਾ ਹੈ, ਅਨੇਕਤਾ ਨਹੀਂ, ਦੁਬਦਾ ਨਹੀਂ। ਤੁਹਾਡੀ ਜ਼ਬਾਨ 'ਤੇ ਵੀ ਇੱਕ, ਤੁਹਾਡੇ ਅੱਖਾਂ ਦੇ 'ਚ ਵੀ ਇੱਕ। ਆਖਰ ਧਾਰਮਿਕ ਮਨੁੱਖ ਦੀ ਪਹਿਚਾਣ ਕਿਸ ਤਰ੍ਹਾਂ ਕਰੋਗੇ? ਉਸ ਦੇ ਵਿਵਹਾਰ ਤੋਂ, ਉਸ ਦੇ ਬੋਲਣ ਤੋਂ, ਉਸ ਦੇ ਵੇਖਣ ਤੋਂ, ਉਹਦੀ ਤਰਜ਼ ਜ਼ਿੰਦਗੀ ਤੋਂ। ਹੋਰ ਕਿਸ ਤਰ੍ਹਾਂ? ਹੋ ਸਕਦਾ ਹੈ ਗੁਰਦੁਆਰੇ ਆਉਣ ਵਾਲਾ ਵੀ ਅਧਾਰਮਿਕ ਹੋਵੇ, ਹੋ ਸਕਦਾ ਹੈ ਮੰਦਰ ਦੇ 'ਚ ਰੋਜ਼ ਪੂਜਾ ਪਾਠ ਕਰਨ ਵਾਲੇ ਦਾ ਵੀ ਕੋਈ ਭਗਵਾਨ ਨਾਲ ਸੰਬੰਧ ਨਾ ਹੋਵੇ। ਵਿਵਹਾਰ ਤੋਂ ਪਤਾ ਚਲੇਗਾ, ਉਹਦੇ ਆਚਰਣ ਤੋਂ ਪਤਾ ਚਲੇਗਾ ਕਿ ਇਹਦੇ ਜੀਵਨ ਦੇ 'ਚ ਨਿਰੰਕਾਰ ਪ੍ਰਗਟ ਹੋਇਆ ਹੈ ਕਿ ਨਹੀਂ। ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਤੁਹਾਡੀ ਰਸਨਾ ਤੇ ਇੱਕ, ਤੁਹਾਡੇ ਨੇਤਰਾਂ ਦੇ 'ਚ ਇੱਕ, ਨੈਣ ਬੈਣ ਮੋਹ ਇੱਕ, ਇੱਕ ਦੋਏ ਠਾਏ ਨਾ ਜਾਣੇ। ਤੁਸੀਂ ਇੱਕ ਤੋਂ ਬਿਨਾਂ ਦੂਜੇ ਨੂੰ ਨਹੀਂ ਜਾਣਦੇ। ਤੁਹਾਨੂੰ ਇੱਕ ਹੀ ਇੱਕ ਦਿਖਾਈ ਦਿੰਦਾ, ਸਾਰੀਆਂ ਕਿਰਨਾਂ ਦੇ 'ਚ ਇੱਕੋ ਹੀ ਸੂਰਜ ਦਿਖਾਈ ਦਿੰਦਾ ਹੈ। ਤੁਹਾਨੂੰ ਸਾਰੀ ਲਹਿਰਾਂ ਦੇ 'ਚ ਇੱਕੋ ਹੀ ਸਾਗਰ ਦਿਖਾਈ ਦਿੰਦਾ ਹੈ। ਤੁਹਾਨੂੰ ਸਾਰੀ ਅਨੇਕਤਾ ਦੇ 'ਚ ਇੱਕ ਦਿਖਾਈ ਦਿੰਦਾ ਹੈ। ਭੱਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਪਮਾ ਕਰਦੇ ਹੋਇਆਂ ਅਗਾਂਹ ਚੱਲ ਕੇ ਕਹਿੰਦੇ ਨੇ, ਸੁਪਨ ਇੱਕ ਪਰ ਤੱਖ ਇੱਕ, ਇਕਸਮੇ ਲੀਣਿਓ। ਹੇ ਗੁਰੂ ਅਮਰਦਾਸ ਤੁਸੀਂ ਜਾਗਦੇ ਰਹਿੰਦੇ ਹੋ, ਇੱਕ ਦੇ 'ਚ ਲੀਨ ਰਹਿੰਦੇ ਹੋ, ਪਰ ਜਦ ਤੁਸੀਂ ਸੌਂ ਜਾਂਦੇ ਹੋ ਤੁਹਾਨੂੰ ਸੁਪਨੇ ਵੀ ਇੱਕ ਦੇ ਹੀ ਆਉਂਦੇ ਨੇ। ਤੁਸੀਂ ਸੁਪਨਿਆਂ ਦੇ 'ਚ ਵੀ ਇੱਕ ਦੇ 'ਚ ਲੀਨ ਰਹਿੰਦੇ ਹੋ। ਤੁਹਾਡੀ ਜਾਗਰਤ ਅਵਸਥਾ ਇੱਕ ਨਾਲ ਜੁੜੀ ਹੋਈ ਹੈ, ਤੁਹਾਡੀ ਸਵਪਨ ਅਵਸਥਾ ਵੀ ਇੱਕ ਨਾਲ ਜੁੜੀ ਹੋਈ ਹੈ। ਸੁਪਨ ਇੱਕ ਪਰ ਤੱਖ ਇੱਕ, ਇਕਸਮੇ ਲੀਣਿਓ, 30 ਇੱਕ ਅਰ ਪੰਜ ਸਿੱਧ 35 ਨਿਖੇਣਿਓ। ਇਹ ਸਾਰੇ ਹਿੰਸੇ ਜਮਾ ਕਰਨੇ ਪੈਣਗੇ, ਜੋੜ ਕਰਨਾ ਪਏਗਾ। 30 ਇੱਕ ਅਰ ਪੰਜ ਸਿੱਧ 35 ਨਿਖੇਣਿਓ, 30 ਇੱਕ 31 5 36 ਤੇ 35 71। ਹੇ ਗੁਰੂ ਅਮਰਦਾਸ ਇਹ ਅਵਸਥਾ ਤੁਹਾਡੀ 71 ਵਰੇ ਦੀ ਉਮਰ ਦੇ 'ਚ ਬਣੀ। 71 ਸਾਲ ਦੀ ਅਵਸਥਾ ਦੇ 'ਚ ਐਸਾ ਜੀਵਨ ਆਪ ਨੂੰ ਨਸੀਬ ਹੋਇਆ। 30 ਇੱਕ ਅਰ ਪੰਜ ਸਿੱਧ 35 ਨਿਖੇਣਿਓ, ਇੱਕੋ ਜੇ ਲਾਖ ਲਖੋ ਅਲਕ ਹੈ, ਇੱਕ ਇੱਕ ਕਰ ਵਰਨਿਓ। ਗੁਰੂ ਅਮਰਦਾਸ ਕਵ ਭਲ ਭਣ ਤੂੰ ਇੱਕ ਲੋੜੇ, ਇੱਕ ਮੰਨਿਓ। ਕਵੀ ਭਲ ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਮੈਂ ਸੱਚ ਕਹਿ ਰਿਹਾ, ਤੁਹਾਨੂੰ ਇੱਕ ਦੀ ਲੋੜ ਹੈ। ਤੁਸੀਂ ਇੱਕ ਨੂੰ ਮੰਨਦੇ ਹੋ, ਇੱਕ ਨੂੰ ਵੇਖਦੇ ਹੋ, ਇੱਕ ਨੂੰ ਬੋਲਦੇ ਹੋ, ਇੱਕ ਨੂੰ ਪੜ੍ਹਦੇ ਹੋ ਔਰ ਇੱਕ ਨੂੰ ਮਨ ਦੇ 'ਚ ਵਸਾਇਆ। ਤੁਹਾਡੀ ਜਾਗਰਤ ਅਵਸਥਾ ਦੇ 'ਚ ਇੱਕ, ਤੁਹਾਡੀ ਸਵਪਨ ਅਵਸਥਾ ਦੇ 'ਚ ਵੀ ਇੱਕ। ਤੁਸੀਂ ਇਸ ਗੱਲ ਨੂੰ ਸਮਝ ਲਿਆ ਕਿ ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇੱਕ ਨੂੰ ਕੋਈ ਸਮਝ ਜਾਏ, ਇੱਕ ਨਾਲ ਕੋਈ ਜੁੜ ਜਾਏ, ਉਹੀ ਪਵਿੱਤਰ ਹੈ, ਬਾਕੀ ਕੋਈ ਪਵਿੱਤਰ ਨਹੀਂ। ਕਿਉਂਕਿ ਉਹਨੂੰ ਸਾਰੀਆਂ ਲਹਿਰਾਂ ਦੇ ਸਾਗਰ ਦਿਖਾਈ ਦੇਗਾ, ਉਹਨੂੰ ਸਾਰੀਆਂ ਕਿਰਨਾਂ ਦੇ ਸੂਰਜ ਦਿਖਾਈ ਦੇਵੇਗਾ, ਉਹਨੂੰ ਸਾਰੇ ਮਨੁੱਖਾਂ ਦੇ 'ਚ ਪ੍ਰਭੂ ਦਿਖਾਈ ਦੇਵੇਗਾ, ਉਹਨੂੰ ਸਾਰੇ ਪਸ਼ੂ ਪਕਸ਼ੀਆਂ ਦੇ 'ਚ ਈਸ਼ਵਰ ਦਿਖਾਈ ਦੇਵੇਗਾ। ਜੋ ਦੀਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਅਵਸਥਾ ਜਿਸ ਦੀ ਬਣ ਜਾਏ ਉਹੀ ਪਾਵਨ ਹੈ, ਉਹੀ ਪਵਿੱਤਰ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ ਔਰ ਅਨੇਕ ਹੁੰਦਾ ਹੋਇਆ ਇੱਕ ਹੈ। ਅਨੇਕਤਾ ਤੇਰਾ ਖੇਲ ਹੈ, ਅਨੇਕਤਾ ਤੇਰਾ ਤਮਾਸ਼ਾ ਹੈ, ਤੇ ਬਸ ਮੈਂ ਇਹੀ ਤਮਾਸ਼ਾ ਦੇਖਣ ਲਈ ਆਇਆ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਅਨੇਕਤਾ ਤਮਾਸ਼ਾ ਦਿਖਾਈ ਦੇਵੇ ਇੱਕ ਦਾ, ਤੋ ਜਦ ਇੱਕ ਨਾਲ ਪਿਆਰ ਹੈ ਤੇ ਉਸਦੇ ਤਮਾਸ਼ੇ ਨਾਲ ਵੀ ਪਿਆਰ ਹੋ ਜਾਏਗਾ, ਉਹਦਾ ਤਮਾਸ਼ਾ ਵੀ ਚੰਗਾ ਲੱਗੇਗਾ। ਹੇ ਪ੍ਰਭੂ ਖੂਬ ਤੇਰਾ ਤਮਾਸ਼ਾ, ਜਮ ਰਿਹਾ ਜਿਹੜਾ ਉਹੀ ਮਰ ਰਿਹਾ ਹੈ।
जवान हो रहा जिहड़ा उही बुढ़ा हो रहा है। इज्जत है जिसकी उसकी बेइज्जती हो जाती है, हस रहा है उही रो पैंदा है। अजीब है तेरा तमाशा, देख रहे हैं। एक सूफी का कहना है, जो हंस रहा है सो हंस रहेगा, जो रो रहा है सो रो रहेगा, सकूने कल्ब से खुदा खुदा कर, जो कुछ के होना है सो हो रहेगा। उसका तमाशा है, ये होवेगा, तू वेखण वाला बन। धन गुरु गोबिंद सिंह जी महाराज कहते हैं, इस तमाशे दे बड़ी भारी अनेकता है और ये अनेकता उसका तमाशा है। इसी अनेकता दे जिसनों एक दी समझ होवे, एक दिसे, एक रसना ते आ जाए, एक हिरदे च वस जाए, वो ते पावन है, वो ते पवित्र है। बाकी सारे दे सारे अपवित्र ने। एक वस्त बूझें तां होवें पाक, बिन बूझे तो सदा ना पाक। गुरु ग्रंथ साहब जी महाराज का पहला अखर एक तो गुरबाणी आरंभ होती है, तो सारी गुरबाणी एके दा ज्ञान करांदी है। जो एक नाल जुड़ गया बस ओही ब्रह्म ज्ञानी, ओही भगत, ओही संत, ओही फकीर, ओही वली अल्लाह, ओही अवतार, ओही महापुरुष और ओही पावन, ओही पवित्र। धन गुरु ग्रंथ साहब जी महाराज बख्शिश करन। गुरु गोबिंद सिंह जी महाराज के इस छंद की विचार सरवण करदियां आपनूं एक दी समझ पवे, और सिर्फ समझ ही ना पवे, सारी अनेकता दे एक दिखाई देवे, ताकि कथा सुनी हुई दा लाभ साडी झोली दे पै जाए। साहिब रहमत करन, सुन के थानू आनंद मिले और सुना के मैनू एकाग्रता नसीब होवे। कोई गावे को सुने हर नामा चितलाए, कहो कबीर संसा नहीं अंत परम गत पाए। सारिਆਂ ਦਾ हार्दिक तौर पर धन्यवाद। बड़े टिकाव नाल, एकाग्रता दे नाल आपने गुरबाणी विचार नूं जो है सरवण कीता। कल फिर इसे समय दास आप जी दे चरण परसेगा। पहले दास दे नाल आए हुए साथी विचारां ते कीर्तन सरवण कराणगे, उस तो बाद दास गुरबाणी विचार आप जी दे सामने जो है पेश करेगा। साहिब रहमत करन, इसे तरीके नाल संजोग बनाई रखन, भुल चुक दी क्षमा। वाहिगुरू जी का खालसा, वाहिगुरू जी की फतेह।